ਫੀਲਿੰਗ ਇਹ ਆ ਜੀ, ਉਹ ਇਹੋ ਜਿਹਾ ਇਨਸਾਨ ਸੀ ਜਿਹੜਾ ਦੁਨੀਆ ਦੇ ਹਰ ਦਿਲ ਤੇ ਰਾਜ ਕਰ ਗਿਆ, ਕੱਲਾ ਪੰਜਾਬੀਆਂ ਦੇ ਨਹੀਂ। ਕੁਝ ਦਿਲ ਦੀਆਂ ਗੱਲਾਂ ਜਿਹੜੀਆਂ ਸ਼ਾਇਦ ਅੰਦਰ ਜ਼ਹਿਨ 'ਚ ਕਿ ਬਾਈ ਅੱਜ ਗੱਲ ਨਹੀਂ ਕਰ ਰਿਹਾ, ਪਰ ਬਾਈ ਤੂੰ ਹੈ ਇੱਥੇ ਹੀ ਆ ਨਾ। ਉਹ ਚਾਹਣ ਵਾਲਿਆਂ ਨੂੰ ਆਪਣੀ ਅੱਖਾਂ ਨਾਲ ਦੇਖ ਕੇ ਸ਼ਾਇਦ ਬਹੁਤ ਫਖਰ ਮਹਿਸੂਸ ਕਰ ਰਿਹਾ ਹੋਵੇ ਕਿ ਮੇਰੇ ਚਾਹਣ ਵਾਲੇ ਇੰਨੇ ਸੀ, ਜਿਹੜੇ ਜੀਂਦੇ ਜੀ ਵੀ ਸ਼ਾਇਦ ਉਹਨੂੰ ਨਹੀਂ ਪਤਾ ਸੀ ਕਿ ਇੰਨੇ ਜ਼ਿਆਦਾ ਹੋਣਗੇ। ਤੇ ਜੋ ਅੱਜ ਇਨਵੈਸਟੀਗੇਸ਼ਨ ਵਿੱਚ ਜੋ ਸਾਹਮਣੇ ਆਇਆ, ਇਹ 'ਚ ਕੋਈ ਸ਼ੱਕ ਰਹਿ ਨਹੀਂ ਗਿਆ ਕਿ ਨਸ਼ੇ ਕਰਨ ਵਾਲੇ ਤੋਂ ਆਪਾਂ ਕੁਝ ਵੀ ਕਰਾ ਸਕਦੇ ਹਾਂ। ਅੰਕਲ ਜੀ ਨੇ ਉਦੋਂ ਥਾਪੀ ਮਾਰੀ ਸੀ ਨਾ, ਉਹ ਇੱਕ ਲਲਕਾਰ ਨਾ ਹੁੰਦਾ ਹੈ ਕਿ ਹੁਣ ਆਓ, ਮੈਂ ਟਾਈਮ ਪਾ ਲਿਆ ਵੀ ਆਵਾਂਗੇ, ਇਕੱਲੇ ਨਾ ਇਕੱਲਾ ਆ ਜਾਓ, ਚਾਹੇ ਮੈਂ 100 ਲੈ ਕੇ ਆਵਾਂ, ਚਾਹੇ ਤੁਸੀਂ ਵੀ 100 ਲੈ ਆਈਓ। ਉਹ ਮਰਦਾਂ ਵਾਲੀ ਗੱਲ ਹੁੰਦੀ ਆ, ਜਿਹੜਾ ਬਿਨਾਂ ਦੱਸੇ ਕਿਸੇ ਤੇ ਹਮਲਾ ਕਰਨਾ ਜਨਾਨੀਆਂ ਵਾਲੀ ਗੱਲ ਆ। ਸੀਵਾ ਬਲਦਾ ਹੋਵੇ ਤੇ ਪਿਓ ਨੂੰ ਨੀਂਦ ਆ ਜਾਵੇ, ਪੋਸੀਬਲ ਹੈ ਨਹੀਂ। ਵਕਤ ਰਾਤ ਦੇ 11 ਸਵਾ 11 ਵਜੇ ਮੈਂ ਇਸ ਵੇਲੇ ਵੀ ਸਿੱਧੂ ਮੂਸੇਵਾਲੇ ਦੇ ਉਸੇ ਹਵੇਲੀ ਦੇ ਬਾਹਰ, ਜਿਹਨੇ ਸੁਪਨੇ ਬਹੁਤ ਜ਼ਿਆਦਾ ਸੰਜੋਏ ਸੀ, ਰਹਿਣ ਦੇ, ਮਾਂ ਪਿਓ ਦੇ ਨਾਲ ਰਹਿਣ ਦੇ, ਇਕਲੌਤਾ ਮੁੰਡਾ ਮਾਂ ਪਿਓ ਦਾ, ਔਰ ਦੁਨੀਆ ਦੇ ਉੱਤੇ ਇੱਕ ਰਾਜ, ਇੱਕ ਤਰ੍ਹਾਂ ਦਾ ਕਹਿ ਸਕਦੇ ਕਿ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ ਬਹੁਤ ਛੋਟੀ ਉਮਰ ਵਿੱਚ। ਬਹੁਤ ਘੱਟ ਲੋਕ ਐਸੇ ਜਿਨ੍ਹਾਂ ਨੇ ਮੁਕਾਮ ਹਾਸਿਲ ਕੀਤਾ, ਔਰ ਦਿਲ ਨਹੀਂ ਮੰਨ ਰਿਹਾ। मतलब अगर अपने बिकॉज बीइंग एन जर्नलिस्ट वी आर वर्किंग, पत्रकार के तौर से ਅਸੀਂ ਕੰਮ ਕਰਦੇ ਹਾਂ, ਲੇਕਿਨ ਇਨਸਾਨ ਆ। ਔਰ ਉਸ ਪਿਓ ਦੀ ਹਾਲਤ ਕਿਆ ਆਪਾਂ ਮੰਨ ਸਕਦੇ ਕਿ ਜੋ ਅੰਦਰ ਐਸੀ ਹਵੇਲੀ ਦੇ ਅੰਦਰ ਬੈਠਾ, ਜੋ ਉਹਦੇ ਮੁੰਡੇ ਨੇ ਬਣਾਈ, ਪੂਰੇ ਸੋਚ ਕੇ ਬਹੁਤ ਕੁਝ ਸੁਪਨੇ ਵੇਖ ਕੇ, ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀਗਾ, ਸ਼ਾਦੀ ਹੋਣ ਵਾਲੀ ਸੀਗੀ, ਮੰਗੇਤਰ ਡੇਲੀ ਗੱਲਬਾਤ ਹੋ ਰਹੀ ਹੈ, ਸੁਪਨੇ ਸੰਜੋ ਰੱਖੇ ਹੈ, ਭਵਿੱਖ ਦੇਖ ਰਿਹਾ ਕਿ ਬਹੁਤ ਕੁਝ ਕਰਨਾ, ਔਰ ਉਹਨੂੰ ਮਾਰ ਦਿੱਤਾ ਜਾਵੇ। ਉਹ ਸਾਰੀਆਂ ਚੀਜ਼ਾਂ ਕਿੱਥੇ ਨਾ ਕਿੱਥੇ ਸਾਡੇ ਵੀ ਜ਼ਿਹਨ ਦੇ ਅੰਦਰ, ਦਿਲ ਦੇ ਅੰਦਰ ਲਗਾਤਾਰ ਚਲਦੀਆਂ। ਉਹੀ ਰੀਜ਼ਨ ਕਿ ਫਿਰ ਇੱਕ ਵਾਰ ਜੋ ਹੈ ਰਾਤ ਦੇ 11:15 ਵਜੇ ਫਿਰ ਮੈਂ ਅੱਜ ਖੜਾ ਸਿੱਧੂ ਮੂਸੇਵਾਲਾ ਦੇ ਉਸੇ ਕੋਠੀ ਦੇ ਬਾਹਰ, ਜਿਹਨੇ ਆਪਣੇ ਪਿਓ ਨੂੰ ਆਪਣਾ ਯਾਰ ਬਣਾਇਆ, ਔਰ ਉਸ ਪਿਓ ਨੇ ਆਪਣੇ ਮੁੰਡੇ ਨੂੰ, ਨੌਜਵਾਨ ਮੁੰਡੇ ਨੂੰ ਵਿਦਾਈ ਦਿੱਤੀ ਥਪਕੀ ਮਾਰ ਕੇ, ਪੁੱਤ ਜਿੰਦਾ ਸੀ, ਜਿੰਦਾ ਹੈ, ਜਿੰਦਾ ਰਹੇਗਾ, ਤੂੰ ਰਾਜ ਕਰ ਗਿਆ ਲੋਕਾਂ ਦੇ ਦਿਲਾਂ ਦੇ ਉੱਤੇ। ਬਹੁਤ ਛੋਟੇ ਵਕਤ ਦੇ ਅੰਦਰ ਆਇਆ ਹੀ ਤੂੰ, ਇਸ ਛੋਟੀ ਉਮਰ ਦੇ ਵਾਸਤੇ ਤੂੰ ਆਇਆ ਸੀਗਾ, ਸਾਹ ਤੇਰੇ ਬਹੁਤ ਥੋੜੇ ਸੀ, ਲੇਕਿਨ ਬਹੁਤ ਵੱਡਾ ਕੰਮ ਤੂੰ ਕਰ ਗਿਆ। ਬਹੁਤ ਮਤਲਬ ਦਿਲ ਦੀਆਂ ਦਰਦਾਂ। ਔਰ ਮੈਂ ਇਕੱਲਾ ਇਸ ਵੇਲੇ ਇੱਥੇ, ਮੈਂ ਇਕੱਲਾ ਨਹੀਂ ਗਾ। ਤੁਹਾਨੂੰ ਇੱਕ ਚੀਜ਼ ਦਿਖਾਣਾ, ਰਾਤ ਦੇ 11:15 ਵਜੇ ਇੱਕ ਮੇਰੇ ਵੀਰ, ਉਹ ਇਥੋਂ ਜਲੰਧਰ ਤੋਂ ਤੁਰ ਕੇ ਮੇਰਾ ਵੀਰ ਇੱਥੇ ਪਹੁੰਚਿਆ ਹੋਇਆ, ਔਰ ਸਿਰਫ ਉਹ ਸਿੱਧੂ ਮੂਸੇਵਾਲੇ ਦਾ ਪਿਆਰ ਉਹ ਖਿੱਚ ਕੇ ਲੋਕਾਂ ਨੂੰ ਹਾਲੇ ਵੀ ਇੱਥੇ ਲੈ ਕੇ ਆ ਰਿਹਾ। ਰਾਤ ਦੇ 11 ਸਵਾ 11 11:30 ਵਜੇ ਵਕਤ ਵੀ ਲੋਕੀ, ਔਰ ਇੱਥੇ ਕੋਈ ਚਾਰੋਂ ਤਰਫ, ਮੈਂ ਇੱਕ ਚੀਜ਼ ਦਿਖਾਵਾਂ, ਕੈਮਰਾਮੈਨ ਨੂੰ ਕਹਾਂ ਕਿ ਚਾਰੋਂ ਪਾਸੇ ਦਾ ਇੱਕ ਨਜ਼ਾਰਾ ਪਰ ਦਿਖਾ ਦੇ ਤੁਹਾਨੂੰ। ਕਿੱਥੇ ਦੂਰ ਤੱਕ ਲਾਈਟ ਤੱਕ ਨਜ਼ਰ ਨਹੀਂ ਆਣੀ, ਕੋਈ ਇੱਥੇ ਦੂਰ ਤੱਕ ਬੰਦਾ ਨਾ, ਬੰਦੇ ਦੀ ਜਾਤ ਕੋਈ ਵੀ ਇੱਥੇ ਤੁਹਾਨੂੰ ਨਜ਼ਰ ਨਹੀਂ ਆਣਾ। ਬਿਲਕੁਲ ਸੁਨਸਾਨ ਏਰੀਆ ਹੈ। ਲੇਕਿਨ ਇੱਕ ਆ ਸ਼ਖਸ ਜੋ ਹੈ, ਆ ਬਾਈਕ ਤੋਂ ਚੱਲ ਕੇ ਮੇਰਾ ਵੀਰ ਸਿਰਫ ਆਇਆ ਹੈ ਸਿੱਧੂ ਮੂਸੇਵਾਲਾ ਦੀ ਕੋਠੀ ਦੇ ਬਾਹਰ, ਉਹਨੇ ਉਸ ਹਵੇਲੀ ਦੇ ਬਾਹਰ। ਕੀ ਫੀਲਿੰਗ ਲੈ ਗਿਆ ਮੇਰੇ ਵੀਰ? ਬਸ ਫੀਲਿੰਗ ਇਹ ਆ ਜੀ, ਉਹ ਇਹੋ ਜਿਹਾ ਇਨਸਾਨ ਸੀ ਜਿਹੜਾ ਦੁਨੀਆ ਦੇ ਹਰ ਦਿਲ ਤੇ ਰਾਜ ਕਰ ਗਿਆ, ਕੱਲਾ ਪੰਜਾਬੀਆਂ ਤੇ ਨਹੀਂ, ਦੁਨੀਆ ਦਾ ਹਰ ਇੱਕ ਬੰਦਾ ਰੋਇਆ, ਕਾਲਾ ਹੋਵੇ, ਗੋਰਾ ਹੋਵੇ, ਚਾਈਨੀਜ਼ ਹੋਵੇ। ਜਿਹੜੇ ਬੰਦੇ ਨੂੰ ਸੁਣਿਆ, ਉਹਦੀ ਲੇਖਣੀ ਚਾਹੇ ਸਮਝ ਨਹੀਂ ਪਾਇਆ, ਉਹਦੇ ਮਿਊਜ਼ਿਕ ਤੇ ਨੱਚਿਆ, ਉਹਦੀ ਅੱਖਾਂ 'ਚ ਨਾਮਿਆ। ਤੇ ਜਿੰਦੇ ਜੀ ਬਾਈ ਨੂੰ ਨਹੀਂ ਮਿਲ ਸਕੇ, ਪਰ ਅੱਜ ਉਹਦੀ ਸਮਾਧ ਤੇ ਜਾ ਕੇ ਇੱਦਾਂ ਲੱਗਾ ਸੀ, ਕੁਝ ਦਿਲ ਦੀਆਂ ਗੱਲਾਂ ਜਿਹੜੀਆਂ ਸ਼ਾਇਦ ਅੰਦਰ ਜ਼ਹਿਨ 'ਚ ਕਿ ਬਾਈ ਅੱਜ ਗੱਲ ਨਹੀਂ ਕਰ ਰਿਹਾ, ਪਰ ਬਾਈ ਤੂੰ ਹੈ ਇੱਥੇ ਹੀ ਆ ਨਾ। ਕਿਉਂਕਿ ਬੰਦਾ ਸਰੀਰਕ ਤੌਰ ਤੇ ਮਰ ਜਾਂਦਾ, ਪਰ ਉਹਦੀ ਆਤਮਾ ਅਮਰ ਹੁੰਦੀ ਹੈ, ਤਾਂ ਆਪਾਂ ਸਾਰੇ ਜਾਣਦੇ ਨਾ। ਤੇ ਕਿਤੇ ਨਾ ਕਿਤੇ ਉਹ ਚਾਹਣ ਵਾਲਿਆਂ ਨੂੰ ਆਪਣੀ ਅੱਖਾਂ ਨਾਲ ਦੇਖ ਕੇ ਸ਼ਾਇਦ ਬਹੁਤ ਫਖਰ ਮਹਿਸੂਸ ਕਰ ਰਿਹਾ ਹੋਵੇ ਕਿ ਮੇਰੇ ਚਾਹਣ ਵਾਲੇ ਇੰਨੇ ਸੀ, ਜਿਹੜੇ ਜੀਂਦੇ ਜੀ ਵੀ ਸ਼ਾਇਦ ਉਹਨੂੰ ਨਹੀਂ ਪਤਾ ਸੀ ਕਿ ਇੰਨੇ ਜ਼ਿਆਦਾ ਹੋਣਗੇ। ਤੇ ਅੱਜ ਜਦੋਂ ਮੈਂ ਆ ਰਿਹਾ ਸੀ ਜਲੰਧਰ ਤੋਂ, ਬਾਈ ਫਲੋਰ ਤੋਂ ਸਾਈਕਲ ਤੇ ਆ ਰਿਹਾ ਆ, ਉਹਦਾ ਝੰਡਾ ਲਾਇਆ ਹੋਇਆ ਆ। ਇਹੋ ਜਿਹੀ ਦੀਵਾਨਗੀ ਬਹੁਤ ਘੱਟ ਬੰਦਿਆਂ ਲਈ ਹੁੰਦੀ ਆ। ਤੇ ਦੂਸਰੀ ਉਹਦੀ ਜਿਹੜੀ ਲਿਖਤ ਸੀਗੀ, ਉਹ ਸਾਰਿਆਂ ਤੋਂ ਵੱਖਰੀ ਸੀ। ਬਹੁਤ ਕਲਾਕਾਰ ਸੋਹਣੇ ਆ ਸਾਰੇ ਆਪਣੀ ਜਗ੍ਹਾ, ਪਰ ਸਭ ਤੋਂ ਵੱਖਰੀ ਉਹਦੀ ਗਾਉਣੀ ਔਰ ਉਹਦੀ ਲਿਖਣੀ। ਕੰਟਰੋਲ
ਕਰ ਪਾਣਾ ਵੀ ਚੀਜ਼ਾਂ ਨੂੰ ਬਹੁਤ ਮੁਸ਼ਕਿਲ ਹੋ ਜਾਂਦਾ ਕਈ ਵਾਰ। ਇੱਕ ਅਨਨੋਨ ਪਰਸਨ ਜੋ ਹੈ ਉਹ ਵੀ ਕਈ ਵਾਰ ਐਸਾ ਜਾਦੂ ਕਰ ਜਾਂਦਾ, ਔਰ ਇੱਕ ਜਾਦੂ ਹੈ, ਇੱਕ ਉਹਦੇ ਨਾਮ ਦਾ ਇੱਕ ਜਾਦੂ ਹੈ। ਆਪਾਂ ਮਿਲ ਨਹੀਂ ਸਕੇ ਕਦੀ, ਉਹਦੇ ਸਿਰਫ ਗਾਣੇ ਦੇਖੇ, ਉਹਨੂੰ ਟੀਵੀ ਤੇ ਦੇਖਿਆ, ਲੇਕਿਨ ਮੇਰੇ ਤਰ੍ਹਾਂ ਦੇ ਬਹੁਤ ਸਾਰੇ ਐਸੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਲੋਕ ਜੋ ਉਹਨੂੰ ਪਿਆਰ ਕਰ ਰਹੇ ਨੇ, ਮਿਲਣਾ ਚਾਹੁੰਦੇ ਸੀ, ਨਹੀਂ ਮਿਲ ਪਾਈ, ਐਸੀ ਦਾ ਪਛਤਾਵਾ ਉਹਨਾਂ ਨੂੰ ਹੈ। ਲੇਕਿਨ ਇੱਕ ਬੰਦਾ ਜਿਹੜਾ ਉਹਨੂੰ ਮਿਲ ਸਕਿਆ ਆ ਕਰਕੇ ਇੱਥੇ, ਔਰ ਉਸ ਬੰਦੇ ਨੇ ਜੋ ਰੇਕੀ ਕੀਤੀ, ਉਹਦਾ ਹੀ ਪਰਿਣਾਮ, ਉਹਦਾ ਹੀ ਇੱਕ ਜੋ ਹੈ ਰਿਜ਼ਲਟ ਸਾਹਮਣੇ ਆਇਆ ਕਿ ਉਸ ਦੀ ਰੇਕੀ ਦੇ ਚਲਤੇ ਹੀ ਉਹ ਮਰਿਆ। ਕੇਕੜਾ ਨਾਮ ਦਾ ਉਹ ਸ਼ਖਸ ਜਿਹੜਾ ਕਿ ਨਸ਼ੇ ਦਾ ਇੱਕ ਆਦੀ ਸੀਗਾ, ਚਿੱਟਾ ਲੈਂਦਾ ਸੀਗਾ, ਚਿੱਟਾ ਦਾ ਨਸ਼ਾ ਕਰਦਾ, ਉਹ ਬੰਦਾ ਆ ਕਰਕੇ ਇੱਥੇ ਉਹਦੇ ਨਾਲ ਫੋਟੋ ਵੀ ਕਰਾ ਕੇ ਗਿਆ, ਸੈਲਫੀ ਕਰਾ ਕੇ ਗਿਆ, ਇੱਥੋਂ ਆ ਕੇ ਫੋਟੋਆਂ ਕਰਕੇ ਗਿਆ, ਔਰ ਉਹਦੀ ਰੇਕੀ ਦੇ ਚਲਤੇ ਜੋ ਹੈ ਪੂਰੀ ਡਿਟੇਲ ਜੋ ਹੈ ਬਾਹਰ ਗਈ, ਉਹਨਾਂ ਹਮਲਾਵਰਾਂ ਤੱਕ ਗਈ, ਔਰ ਉਸ ਤੋਂ ਬਾਅਦ ਉਸ ਚੀਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਕਿਆ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰਾ ਪ੍ਰਕਰਨ ਜੋ ਹੈ ਹੁਣ ਖੁੱਲ ਕੇ ਸਾਹਮਣੇ ਆ ਚੁੱਕਿਆ? ਦੇਖੋ ਜੀ, ਇਦਾਂ ਆ, ਜਿਹੜਾ ਨਸ਼ਾ ਕਰਨ ਵਾਲਾ ਆਦਮੀ ਨਾ, ਉਹਦੇ ਕੋਲੋਂ ਤੁਸੀਂ ਆਪਣੇ ਬਾਪ ਨੂੰ ਮਰਵਾ ਦਿਓ ਚਾਹੇ ਮਾਂ ਨੂੰ, ਨਸ਼ੇ ਦੀ ਜਿਹੜੀ ਕੋਈ ਵੀ ਲਾਲਚ ਦੇ ਕੇ, ਤਾਂ ਜੋ ਅੱਜ ਇਨਵੈਸਟੀਗੇਸ਼ਨ ਵਿੱਚ ਜੋ ਸਾਹਮਣੇ ਆਇਆ, ਇਹ 'ਚ ਕੋਈ ਸ਼ੱਕ ਰਹਿ ਨਹੀਂ ਗਿਆ ਕਿ ਨਸ਼ੇ ਕਰਨ ਵਾਲੇ ਤੋਂ ਆਪਾਂ ਕੁਝ ਵੀ ਕਰਾ ਸਕਦੇ ਹਾਂ। ਜੇ ਗੱਲਾਂ ਕੱਲ੍ਹ ਨੂੰ ਸੱਚ ਨਿਕਲਦੀਆਂ ਜਾਂ ਹਾਲੇ ਜਿੰਨੇ ਵੀ ਇਨਵੈਸਟੀਗੇਸ਼ਨ ਹੋ ਰਹੀ ਆ, ਤਾਂ ਕੀਤਾ ਬਹੁਤ ਮਾੜਾ। ਜੇ ਇਹਨਾਂ ਨੇ ਹਮਲਾ ਕਰਨਾ ਸੀ, ਜੇ ਕੋਈ ਕਿਸੇ ਨੂੰ ਲੱਗਦੀ ਹੋਵੇ ਨਾ, ਮਰਦ ਉਹ ਹੁੰਦਾ, ਉਹ ਲਲਕਾਰ ਕੇ, ਪੁਰਾਣਾ ਜ਼ਮਾਨਾ ਹੁੰਦਾ ਸੀ ਕਿ ਲਲਕਾਰ ਹੁੰਦੀ ਸੀਗੀ ਕਿ ਜਿੱਦਾਂ ਅੰਕਲ ਜੀ ਨੇ ਉਦੋਂ ਥਾਪੀ ਮਾਰੀ ਸੀ ਨਾ, ਉਹ ਇੱਕ ਲਲਕਾਰ ਨਾ ਹੁੰਦਾ ਹੈ ਕਿ ਹੁਣ ਆਓ, ਮੈਂ ਟਾਈਮ ਪਾ ਲਿਆ ਵੀ ਆਵਾਂਗੇ, ਇਕੱਲੇ ਨਾ ਇਕੱਲਾ ਆ ਜਾਓ, ਚਾਹੇ ਮੈਂ 100 ਲੈ ਕੇ ਆਵਾਂ, ਚਾਹੇ ਤੁਸੀਂ ਵੀ 100 ਲੈ ਆਈਓ। ਉਹ ਮਰਦਾਂ ਵਾਲੀ ਗੱਲ ਹੁੰਦੀ ਆ। ਜਿਹੜਾ ਬਿਨਾਂ ਦੱਸੇ ਕਿਸੇ ਤੇ ਹਮਲਾ ਕਰਨਾ ਜਨਾਨੀਆਂ ਵਾਲੀ ਗੱਲ ਆ। ਇਹਨੂੰ ਮੈਂ ਸਿੱਧਾ ਕਾਇਰਾਨਾ, ਬਿਲਕੁਲ ਕਾਇਰਾਨਾ ਹਰਕਤ, ਬਿਲਕੁਲ ਇਸ ਤੋਂ ਗਿਰੀ ਹੋਈ ਗੱਲ ਹੀ ਹੈ। ਔਰ ਇਕਲੌਤਾ ਮੁੰਡਾ, ਇਕਲੌਤਾ ਇੱਕ ਸ਼ਖਸ ਜੋ ਹੈ ਆਪਣੇ ਮਾਂ ਪਿਓ ਨੇ ਬੜੇ ਸੁਪਨੇ ਸੰਜੋਏ ਸੀਗੇ। ਜਿਸ ਵੇਲੇ ਉਹਦੀ ਡੈਡ ਬੋਡੀ ਸਾਹਮਣੇ ਪਈ ਸੀ, ਉਹਦੇ ਚਿਹਰਾ ਜਿਸ ਤਰੀਕੇ ਬੰਨਿਆ ਗਿਆ, ਲੋਕਾਂ ਦੀਆਂ ਅੱਖਾਂ 'ਚ ਜੋ ਹੈ ਅੰਸੂ ਉਸ ਵੇਲੇ ਦੇਖਣ ਨੂੰ ਮਿਲੇ। ਜੇ ਹੱਲੇ ਵੀ ਮਰਦਾਨਗੀ ਆ, ਪਹਿਲਾਂ ਜਿੱਦਣ ਹੋਈ ਆ ਇਹਨਾਂ ਦੀ ਇਨਵੈਸਟੀਗੇਸ਼ਨ ਬਿਸ਼ਨੋਈ ਦੀ, ਉਦੋਂ ਨੇ ਮੰਨ ਨਹੀਂ ਰਹੇ ਸੀ ਅਸੀਂ ਨਹੀਂ ਕੀਤਾ, ਫਿਰ ਕਹਿੰਦੇ ਕੀਤਾ, ਕਦੇ ਨਹੀਂ ਕੀਤਾ। ਜੇ ਇੰਨੀ ਮਰਦਾਨਗੀ ਆ, ਕਹੋ ਅਸੀਂ ਕੀਤਾ। ਗੱਲ ਹੁੰਦੀ ਨਾ, ਜਦੋਂ ਅਸੀਂ ਇਤਿਹਾਸ ਦੇਖਦੇ ਹਾਂ, ਜਿਨ੍ਹਾਂ ਨੇ ਕੀਤਾ ਅਗਲੇ ਕਹਿੰਦੇ ਅਸੀਂ ਕੀਤਾ ਜੀ, ਅਸੀਂ ਕੀਤਾ। ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਅਣਖ ਵਾਲੀ ਗੱਲ ਹੁੰਦੀ, ਉਹ ਇਸੇ ਤਰ੍ਹਾਂ ਹੁੰਦੀ ਆ। ਬੇਅਣਖੇ ਲੋਕ ਤਾਂ ਬਹੁਤ ਤੁਰੇ ਫਿਰਦੇ, ਉਹ ਲੋਕ ਸੀਗੇ, ਤੇ ਉਹ ਅਣਖ ਵਾਲਾ ਸੀਗਾ ਜਿਹੜਾ ਚਲਾ ਗਿਆ, ਤੇ ਉਹ ਕਹਿੰਦਾ ਸੀ ਹਾਂ ਆਓ, ਟਾਈਮ ਪਾ ਕੇ ਆਓ। ਗਿੱਦੜ ਜੋ ਹੈ, ਗਿੱਦੜ ਹੱਥੇ ਸ਼ੇਰ ਨੂੰ ਹੱਥ ਪਾ ਗਏ, ਕਿੱਥੇ ਨਾ ਕਿੱਥੇ ਜੋ ਹੈ ਐਸੀ ਦਾ ਰੋਸ਼, ਉਹ ਆਮ ਜਨਤਾ ਦੇ ਵਿੱਚ, ਪਬਲਿਕ ਦੇ ਵਿੱਚ ਰੋਸ਼, ਔਰ ਪੂਰਾ ਮੰਗ ਸਿਰਫ ਇੱਕ ਹੀ, ਇਨਸਾਫ ਹੋਣਾ ਚਾਹੀਦਾ, ਹਰ ਤਰੀਕੇ ਇਨਸਾਫ ਹੋਣਾ ਚਾਹੀਦਾ। ਕਿਆ ਮੰਗ ਕਰਦੇ, ਕਿਸ ਤਰੀਕੇ ਇਨਸਾਫ ਹੋਏ? ਇਨਸਾਫ ਦੇਖੋ ਜੀ, ਮੈਂ ਜਿਹੜਾ ਇੱਥੇ ਦਾ ਇੰਡੀਅਨ ਗਵਰਨਮੈਂਟ ਦਾ ਸੰਵਿਧਾਨ ਆ, ਉਹ ਪਹਿਲੀ ਗੱਲ, ਜਿਹੜਾ ਇਦਾਂ ਦਾ ਬੰਦਾ ਜਦੋਂ ਸਾਬਿਤ ਹੋ ਜਾਵੇ ਕਿ ਉਹਨੇ ਇਹ ਕੰਮ ਕੀਤਾ ਆ, ਉਹ 4 ਹੋਣ 10 ਹੋਣ, ਕਿ ਉਹਨਾਂ ਨੂੰ ਫਾਂਸੀ ਲਾਈ ਜਾਵੇ। ਇਦਾਂ ਹੀ ਇਸੇ ਤਰ੍ਹਾਂ ਗੋਲੀਆਂ ਖੜੇ ਕਰਕੇ ਮਾਰੀਆਂ ਜਾਣ ਨਾ, ਇਹ ਉਮਰ ਕੈਦ ਦੇ ਦਿੱਤੀ, ਉਹਦਾ ਕੀ ਫਾਇਦਾ? ਮੈਨੂੰ ਕੋਈ ਇਹਦਾ ਕੋਈ ਆਨਸਰ ਕੋਈ ਦੇ ਦੇਵੇ ਕਿ ਉਮਰ ਕੈਦ ਦੇ ਦਿੱਤੀ ਆਪਾਂ ਨੂੰ, ਉਹਦਾ ਕੋਈ ਕੀ ਫਾਇਦਾ? ਅਗਲੇ ਦਾ ਪੁੱਤ ਚਲਾ ਗਿਆ। ਸੇਮ ਜਿੱਦਾਂ ਉਹਨੂੰ ਮਾਰਿਆ ਹੋਵੇ, ਕਿਸੇ ਨੂੰ ਬੇਨਿਹੱਥਾ ਮਾਰਿਆ ਗਿਆ, ਉਹਨੂੰ ਬਿਨਾਂ ਗੱਲ ਤੋਂ 10 ਬੰਦੇ ਤੇ ਗੋਲੀਆਂ ਚਾਰੇ ਫਾਇਰਿੰਗ ਕਰ ਰਹੇ ਨਾ, ਤੁਸੀਂ ਗੱਡੀ ਦਾ ਹਾਲ ਦੇਖਿਆ ਹੀ ਆ, ਤੇ ਇਸ ਤਰ੍ਹਾਂ ਉਹਨਾਂ ਨੂੰ ਖੜੇ ਕਰਕੇ ਗੋਲੀਆਂ ਮਾਰਤੀਆਂ ਜਾਣ। ਇਹ ਤੋਂ ਵੱਡਾ ਇਨਸਾਫ ਮੈਨੂੰ ਨਹੀਂ ਲੱਗਦਾ। ਮੰਨ ਸਕਦੇ ਹਾਂ ਆਪਾਂ, ਕਿਉਂਕਿ ਸਾਰਾ ਪੂਰਾ ਮਾਮਲਾ ਜੋ ਹੈ ਉਹ ਜੁੜਿਆ ਹੋਇਆ ਕਿਤੇ ਨਾ ਕਿਤੇ, ਕਹਿੰਦੇ ਮਿੱਡੂ ਖੇੜੇ ਦੇ ਨਾਲ, ਵਿੱਕੀ ਮਿੱਡੂ ਖੇੜੇ ਦੇ ਨਾਲ। ਕਿਆ ਸਿੱਧੂ ਵਰਗਾ ਇੱਕ ਬੰਦਾ, ਸਿੱਧੂ ਮੂਸੇ ਵਰਗਾ ਇੱਕ ਜੋ ਸ਼ਖਸੀਅਤ ਸੀ, ਉਹ ਐਡਾ ਨਾਮ ਕਮਾ ਰਿਹਾ ਸੀਗਾ, ਐਸੀ ਸ਼ੋਹਰਤ ਕਮਾ ਰਿਹਾ ਸੀਗਾ, ਕਿਆ ਉਹਦੇ ਵਰਗਾ ਇੱਕ ਬੰਦਾ ਕਿਆ ਇਸ ਤਰ੍ਹਾਂ ਦੀ ਇੱਕ ਹਰਕਤ ਨੂੰ ਅੰਜਾਮ ਦੇ ਸਕਦਾ? ਸੋਚਣ ਵਾਲੀ ਗੱਲ ਹੈ। ਜਿਹੜਾ ਬੰਦਾ ਥੋੜੇ ਸਮੇਂ 'ਚ, ਲੋਕਾਂ ਨੂੰ ਉਮਰਾਂ ਲੱਗ ਜਾਂਦੀਆਂ ਇੰਨੀ ਉੱਪਰ ਸਟੇਟਸ ਪਹੁੰਚਣ ਨੂੰ, ਜਿਹੜੇ ਬੰਦੇ ਥੋੜੇ ਸਮੇਂ 'ਚ ਇੰਨਾ ਨਾਮ ਕਮਾ ਲਿਆ ਹੋਵੇ, ਉਹਨੂੰ ਕਿਸੇ ਨਾਲ ਕੀ ਲੋੜ ਹੈ? ਮਿੰਟੂ ਖੇੜੇ ਨਾਲ ਨਾ ਤਾਂ ਉਹ ਗਾਇਕ ਸੀਗਾ, ਨਾ ਉਹ ਲਿਖਦਾ ਸੀਗਾ, ਉਹ ਰਾਜਨੀਤਿਕ ਬੰਦਾ ਸੀ। ਇਹ ਰਾਜਨੀਤੀ ਅੱਜ ਆਇਆ ਨਾ, ਆਪਾਂ 22 ਦੀ ਗੱਲ ਕਰੀਏ ਤਾਂ ਅੱਜ ਐਤਕੀ ਖੜਾ ਹੋਇਆ। ਉਸ ਤੋਂ ਪਹਿਲਾਂ ਉਹਦਾ ਕੋਈ ਰਾਜਨੀਤੀ ਦਾ ਕੋਈ ਲੈਣ ਦੇਣ ਨਹੀਂ ਸੀਗਾ, ਉਹ ਉਹਦੀ ਗਾਇਕੀ ਵੱਲ, ਉਹਦਾ ਲਿਖਣ ਵੱਲ ਧਿਆਨ ਸੀ। ਤਾਂ ਉਹ ਬੰਦਾ ਕਿਉਂ ਮਰਵਾਊਗਾ? ਜੇ ਇਹ ਕਹਿੰਦੇ ਉਹਦਾ ਹੱਥ ਸੀਗਾ, ਉਹਦਾ ਹੱਥ ਸੀ, ਕੋਈ ਸਾਬਤ ਕਰ ਸਕਿਆ ਹਾਲ ਤੱਕ? ਉਹ ਆਪ ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਕੇ ਬੈਠਾ ਸੀ, ਉੱਥੇ ਕਿਉਂ ਨਹੀਂ ਰਿਹਾ? ਆਹ ਕੋਠੀ ਤੇ ਇੰਨਾ ਪੈਸਾ ਕਿਉਂ ਲਾਤਾ? ਉਹ ਚੰਡੀਗੜ੍ਹ ਜਾ ਕੇ ਰਹਿ ਸਕਦਾ ਸੀ, ਉਹ ਬਾਹਰ ਜਾ ਕੇ ਕਿਤੇ ਸੈਟਲ ਹੋ ਸਕਦਾ, ਮਿੱਟੀ ਨਾਲ, ਜ਼ਮੀਨ ਨਾਲ ਜੁੜਿਆ ਹੋਇਆ। ਤੇ ਉਹ ਕਿਉਂ ਨਹੀਂ ਗਿਆ? ਜੇ ਉਹਨੂੰ ਡਰ ਹੁੰਦਾ ਕਿ ਮੈਂ ਆਹ ਕੰਮ ਕੀਤਾ, ਉਹ ਅਗਲਾ ਚਲ ਜਾਂਦਾ। ਤੇ ਇਹ ਤਾਂ ਕੋਈ ਵੀ ਕਿਸੇ ਤੇ, ਮੈਂ ਤਾਂ ਬਲੇਮ ਲਾ ਦਿੰਦਾ, ਤੁਸੀਂ ਜੀ ਉਹ ਬੰਦਾ ਮਾਰ ਕੇ ਆਏ ਆ, ਬਲੇਮ ਲਾਉਣ ਨੂੰ ਕੀ ਆ? ਸਾਬਤ ਕਰੋ ਨਾ। ਤੇ ਲਾਰੈਂਸ ਬਿਸ਼ਨੋਈ ਵਰਗੇ ਗਰੁੱਪ ਦੇ ਜਿਹੜੇ ਬੰਦੇ ਨੇ, ਉਹਨਾਂ ਦੇ ਗੁਰਗੇ ਨੇ, ਜਿਸ ਤਰੀਕੇ ਹੱਤਿਆਕਾਂਡ ਨੂੰ ਪੂਰਾ ਅੰਜਾਮ ਦਿੱਤਾ ਗਿਆ, ਉਹ ਕਿਆ ਮੰਨਦੇ ਕਿ ਉਹਦੇ ਪਿੱਛੇ ਮੋਟਿਵ ਕਿਆ ਹੋ ਸਕਦਾ ਇਸ ਕਰਨ ਦਾ? ਦੇਖੋ ਜੀ, ਮੋਟਿਵ ਜਦੋਂ ਅਸੀਂ ਇਹਨਾਂ ਦੀਆਂ ਹੁਣ ਪੁਰਾਣੀਆਂ ਮਨਕੀਰ ਤੌਲਖ ਦੀਆਂ ਜਦੋਂ ਪੋਸਟਾਂ ਨਿਕਲੀਆਂ ਆ, ਇਹਦੇ ਵਿੱਚ ਉਹੀ ਮਿੰਟੂ ਖੇੜਾ
ਤੇ ਬਿਸ਼ਨੋਈ ਦੇ ਰਿਸ਼ਤੇ ਕਿਸੇ ਤੋਂ ਲੁਕੇ ਨਹੀਂ ਹੈਗੇ। ਅੱਜ ਕੋਈ ਨਵਾਂ ਨਹੀਂ ਮੈਂ ਹਨਾ ਬੋਲਣਾ, ਇਹ ਸਾਰਾ ਕੁਝ ਨੈਟ ਤੇ ਪਿਆ ਜਾਂਦੀਆਂ ਪੁਰਾਣੀਆਂ ਇਕੱਠਿਆਂ ਦੀਆਂ ਫੋਟੋਆਂ। ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ, ਅੰਦਰ ਜੇਲ੍ਹ ਦੇ ਮਨਕੀਰਤ ਔਲਖ ਦੇ ਜਿਹੜੇ ਅਖਾੜੇ ਲੱਗਦੇ ਆ ਉਹ ਕਿਹਨੇ ਲਵਾਏ? ਮਿੰਟੂ ਖੇੜੇ ਨੇ। ਤੇ ਉੱਥੇ ਦੇਖ ਕੌਣ ਰਹੇ ਆ? ਉਹ ਬਿਸ਼ਨੋਈ ਹੋਣੀ। ਤਾਂ ਤੁਸੀਂ ਆਪ ਹਿਸਾਬ ਲਾਓ ਤੇ ਇਹ ਮਾਮਲਾ ਕਿੱਥੋਂ ਚੱਲਿਆ ਹੋਇਆ। ਜੇ ਅਸੀਂ ਇਹ ਸਿੱਧੇ ਤੌਰ ਤੇ ਬਿਸ਼ਨੋਈ ਹੋਣੀ ਤਾਂ ਅਕਾਲੀ ਦਲ ਦੇ ਹੋਏ ਨਾ ਪੈਂਤਰੇ ਸਿੱਟੇ ਹੋਏ ਆ। ਜਿਹੜੀ ਜੇ ਆਪਾਂ ਗੌਰਮੈਂਟ ਦੀ ਗੱਲ ਕਰੀਏ, ਗੌਰਮੈਂਟ ਆਮ ਆਦਮੀ ਪਾਰਟੀ ਅੱਜ ਆਈ ਆ, ਨਵੇਂ ਅਗਰ ਨਵਾਂ ਬੰਦਾ ਬਿਜ਼ਨਸ ਵਿੱਚ ਆਇਆ ਹੋਵੇ ਉਹਨੂੰ ਨਹੀਂ ਪਤਾ ਬਿਜ਼ਨਸ ਦਾ ਵਿੱਚ। ਜਿਹੜੇ ਬੰਦਿਆਂ ਨੇ ਪਹਿਲਾਂ ਆ ਬਿਸ਼ਨੋਈ ਅੱਜ ਦੇ ਨਹੀਂ ਹੈਗੇ। ਬਿਸ਼ਨੋਈ ਕਦੇ ਮਿੱਟੂ ਖੇੜੇ ਨੇ ਉਹਨੂੰ ਅਕਾਲੀ ਦਲ ਦਾ ਯੂਥ ਦਾ ਪ੍ਰਧਾਨ ਬਣਾਇਆ ਸੀ ਕਾਲਜ ਦੇ ਵਿੱਚ, ਸਾਰੇ ਜਾਣਦੇ ਆ ਨਾ। ਤੇ ਉਹ ਕਿਹਨਾਂ ਦੇ ਪਾਲੇ ਹੋਏ ਤੁਸੀਂ ਆਪ ਸੋਚ ਕੇ ਦੇਖ ਲਓ, ਬੋਲਣ ਦੀ ਲੋੜ ਨਹੀਂ ਹੈਗੀ। ਤਾਂ ਸਾਰੀ ਗੇਮ ਕਿੱਦਾਂ ਰਾਜਨੀਤੀ ਤੌਰ ਤੇ ਇੱਕ ਮਾਂ ਦਾ ਪੁੱਤ ਚਲਾ ਗਿਆ, ਰਾਜਨੀਤੀ ਖਾ ਗਈ। ਅੱਜ ਸਾਰੇ ਆ ਕੇ ਇੱਥੇ ਰੋਈ ਜਾਣ, ਉਹਦੇ ਬਾਪ ਨੂੰ ਆ ਕੇ ਦਿਲਾਸਾ ਦੇਈ ਜਾਣ, ਤੇ ਤੁਹਾਡੀ ਦਿਲਾਸਾ ਨਾਲ ਕੀ ਹੁਣ ਤੁਸੀਂ ਕਿੰਨੇ ਪੁੱਤ ਖਾ ਗਏ। ਰਾਜਨੀਤੀ ਲੱਖੇ ਸਿਧਾਣੇ ਵਰਗਾ ਅੱਜ ਉਹ ਸਾਫ ਸੁਥਰਾ ਬਣ ਗਿਆ। ਉਹਨੇ ਕਿੰਨੇ ਮਾਵਾਂ ਦੇ ਪੁੱਤ ਖਾਦੇ? ਉਹ ਕਿਹਦਾ ਪੈਦਾ ਕੀਤਾ ਹੋਇਆ ਸੀਗਾ? ਮਾਵਾਂ ਦੇ ਪੁੱਤ ਉਹਨੇ ਵੀ ਖਾਦੇ ਆ। ਜੋ ਕਹੀ ਜਾਵੇ ਮੈਂ ਸਹੀ ਹੋ ਗਿਆ, ਪਰ ਉਹ ਪੈਦਾ ਕਿਹਦਾ ਕੀਤਾ ਹੋਇਆ? ਰਾਜਨੀਤੀ ਚੋਂ ਨਿਕਲਿਆ ਨਾ। ਕੋਈ ਵੀ ਗੈਂਗਸਟਰ ਆ ਉਹ ਰਾਜਨੀਤੀ ਹੀ ਪੈਦਾ ਕਰਦੀ ਆ। ਉਹਦੇ ਮੂਹਰੇ ਇਦਾਂ ਦੀਆਂ ਕੁਝ ਮੁਸ਼ਕਲਾਂ ਇੱਥੇ ਤੁਹਾਨੂੰ ਪਤਾ ਆ। ਚੰਗੇ ਭਲੇ ਜਿਹੜੇ ਨਾ 골ਡ ਮੈਡਲਿਸਟ ਆ, ਪੜ੍ਹੇ ਲਿਖੇ ਮੁੰਡੇ, ਉਹ ਹਥਿਆਰ ਕਿਉਂ ਚੱਕ ਲੈਂਦੇ ਆ? ਨੌਕਰੀਆਂ ਹੈ ਨਹੀਂ, ਸਿਫਾਰਸ਼ੀ ਨੌਕਰੀਆਂ ਹੈ ਜੀ। ਕਿੱਥੇ ਜਾਊ ਬੰਦਾ? ਜਾਂ ਤਾਂ ਵਿਦੇਸ਼ ਚਲ ਜਾਊ। ਜਿਹੜਾ ਤੁਹਾਡੇ ਮੇਰੇ ਵਰਗਾ ਮਿਡਲ ਕਲਾਸ ਬੰਦਾ ਆ, ਜ਼ਮੀਨ ਵੀ ਹੈ ਨਹੀਂ, ਨੌਕਰੀ ਉਹੀ ਕਮਾਉਣਾ ਤੇ ਉਹੀ ਖਾਣਾ, ਉਹ ਕੀ ਵੇਚ ਕੇ ਬਾਹਰ ਚਲ ਜਾਊਗਾ? ਉਹ ਫਿਰ ਇਸ ਰਾਹ ਤੇ ਪੈਂਦੇ ਆ। ਉਹ ਜਿਹੜੇ ਰਾਜਨੀਤਿਕ ਲੋਕ ਉਹਨੂੰ ਪਾਲਦੇ ਆ ਆਪਣੀ ਲੋੜ ਲਈ, ਬੰਦੇ ਮਰਵਾਤੇ ਵੋਟਾਂ ਵਿੱਚ, ਇੱਥੇ ਜਾ ਕੇ ਆਹ ਕਰ ਦੋ ਆਹ ਕਰੋ, ਸਾਰਾ ਕੁਝ ਪਤਾ ਤੁਹਾਨੂੰ ਨਾ, ਤੁਸੀਂ ਮੀਡੀਆ ਪਰਸਨ ਹੋ। ਤੇ ਜਦੋਂ ਉਹਨਾਂ ਦੇ ਅੰਡਰ ਨਹੀਂ ਰਹਿੰਦੇ ਉਹਨੂੰ ਚੱਕ ਕੇ ਅੰਦਰ ਕਰਾ ਦਿੰਦੇ ਆ ਜਾਂ ਉਹਨਾਂ ਦਾ ਕਰ ਯੂਪੀ ਦਾ ਮਾਹੌਲ ਇੱਕ ਵਕਤ ਤੱਕ ਐਸਾ ਮੰਨਿਆ ਜਾਂਦਾ ਸੀਗਾ ਕਿ ਰਾਤੀ 8 ਵਜੇ 9 ਵਜੇ ਤੋਂ ਬਾਅਦ ਵੀ ਘਰੋਂ ਨਿਕਲਣਾ ਬਹੁਤ ਮੁਸ਼ਕਿਲ ਹੁੰਦਾ ਸੀਗਾ। ਲੇਕਿਨ ਸੱਤਾ ਸੰਭਾਲੀ ਮਹਾਰਾਜ ਨੇ, ਯੋਗੀ ਨੇ। ਔਰ ਯੋਗੀ ਨੇ ਜਦੋਂ ਸੱਤਾ ਸੰਭਾਲੀ, ਤੁਸੀਂ ਕਿਆ ਮੰਨਦੇ ਹੋ ਕਿ ਹੁਣ ਜਿਹੜੇ ਇੱਕ ਐਨਕਾਊਂਟਰ ਹੋ ਰਹੇ ਹੈ ਉਹ ਸਮਾਜ ਦੇ ਹਿੱਤ ਵਿੱਚ ਨੇ? ਜਿਸ ਤਰੀਕੇ ਵਿਕਾਸ ਦੁਬੇ ਨਾਮ ਦਾ ਇੱਕ ਸ਼ਖਸ, ਇੱਕ ਅਪਰਾਧਿਕ ਛਵੀ ਦਾ ਵਿਅਕਤੀ, ਉਸਨੇ ਜਿਸ ਤਰ੍ਹਾਂ ਦੀ ਹਰਕਤ ਕੀਤੀ, ਪੁਲਿਸ ਵਾਲੇ ਨੂੰ ਮਾਰਿਆ ਔਰ ਉਸ ਤੋਂ ਬਾਅਦ ਉਹਦਾ ਐਨਕਾਊਂਟਰ ਕੀਤਾ ਗਿਆ, ਕਿਆ ਉਹ ਸਟ੍ਰੈਟਜੀ ਅਗਰ ਸਰਕਾਰਾਂ ਅਪਣਾਉਣ ਤਾਂ ਕਿਆ ਸਮਾਜ ਵਿੱਚ ਕੁਝ ਬਦਲਾਵ ਹੋ ਸਕਦਾ ਹੈ? ਅਪਰਾਧਿਕ ਗਤੀਵਿਧੀਆਂ ਜੋ ਹੈ ਇਹ ਘੱਟ ਹੋ ਸਕਦੀਆਂ? ਬਿਲਕੁਲ ਜੀ। ਜਿਹੜੇ ਦੇਖੋ, ਜਿਹੜੀ ਬਿਸ਼ਨੋਈ ਆਪਾਂ ਕਹਿੰਦੇ ਗੈਂਗਸਟਰ ਆ, ਉਹ ਤੇ ਇੰਨੇ ਮਾਮਲੇ ਦਰਜ ਆ ਔਰ ਸਾਬਤ ਵੀ ਹੋ ਚੁੱਕੇ ਨਾ ਬਹੁਤ ਸਾਰੇ, ਤਾਂ ਹੀ ਅੰਦਰ ਹੈ ਨਾ। ਤੇ ਉਹਦੀ ਜਿਹੜੀ ਜਨਰਲ ਸਿਕਿਉਰਿਟੀ ਆ, ਉਹਦਾ ਖਰਚਾ ਕਿਹਦੇ ਸਿਰ ਪੈ ਰਿਹਾ? ਆਮ ਜਨਤਾ ਸਿਰ। ਜੇ ਸਾਨੂੰ ਤੇ ਆਮ ਜਨਤਾ ਦੀ ਸਿਕਿਉਰਿਟੀ ਕੁਛ ਵੀ ਨਹੀਂ ਗੀ। ਅਸੀਂ ਇੱਕ ਅਪਰਾਧੀ ਨੂੰ ਸਿਕਿਉਰਿਟੀ ਦੇ ਕੇ ਉਹਨੂੰ ਬਚਾ ਰਹੇ ਆ, ਪਰ ਜਿਹੜਾ ਆਮ ਬੰਦਾ ਜਿਹਨੂੰ ਲੋੜ ਸੀ, ਇੱਕ ਜਿਹਨੇ ਪੰਜਾਬ ਦਾ ਨਾਮ, ਇੰਡੀਆ ਦਾ ਨਾਮ ਵਰਲਡ ਲੈਵਲ ਤੇ ਇੰਨਾ ਫੇਮਸ ਕਰਤਾ, ਅੱਜ ਕਾਲੇ ਰੋ ਰਹੇ ਜੀ, ਉਹਦੀਆਂ ਪੋਸਟਾਂ ਪਾ ਰਹੇ ਜਿਹਨੇ ਕਿਸੇ ਦੀ ਪੋਸਟ ਨਹੀਂ ਪਾਈ ਹੋਣੀ, ਇਦਾਂ ਦੇ ਬੰਦੇ। ਔਰ ਗੋਰੇ ਰੋ ਰਹੇ ਆ। ਕੋਈ ਦੁਨੀਆ ਦਾ ਚੈਨਲ ਨਹੀਂ ਹੋਣਾ, ਚਾਹੇ ਉਹ ਚਾਈਨੀਜ਼ ਹੋਵੇ ਚਾਹੇ ਜਾਪਾਨੀ ਹੋਣ, ਜਿੱਥੇ ਸਿੱਧੂ ਮੂਸੇਵਾਲੇ ਦੀ ਖਬਰ ਨਾ ਚੱਲੀ ਹੋਵੇ ਡੈਥ ਦੀ। ਸੋਚ ਕੇ ਦੇਖੋ, ਬੰਦਾ ਆਮ ਤਾਂ ਨਹੀਂ ਸੀਗਾ ਤੇ ਅਸੀਂ ਉਹਦੀ ਸਿਕਿਉਰਿਟੀ ਖੋਹ ਲਈ, ਤਾਂ ਬਿਸ਼ਨੋਈ ਵਰਗੇ ਨੂੰ ਸਿਕਿਉਰਿਟੀ ਦਿੱਤੀ ਆ। ਵਟ ਇਜ਼ ਦਿਸ? ਇਹ ਪਰਪਸ ਹੀ ਨਹੀਂ ਸਮਝ ਆ ਰਿਹਾ ਮੈਨੂੰ ਇੱਥੇ ਦਾ। ਇਹ ਸਿਸਟਮ ਰਾਜਨੀਤਿਕ ਪ੍ਰਪੰਚ ਜਿਹੜੇ ਨੇ, ਤੁਸੀਂ ਇਹ ਸਰਕਾਰਾਂ ਦੀਆਂ ਇੱਕ ਚੀਜ਼ਾਂ ਅਲੱਗ ਚਲਦੀਆਂ ਰਹਿੰਦੀਆਂ ਨੇ, ਉਹਨਾਂ ਦਾ ਸਿਕਿਉਰਿਟੀ ਲੈ ਲੈਣਾ, ਦੇ ਦੇਣਾ, ਇਹ ਸਭ ਰਾਜਨੀਤਿਕ ਚੀਜ਼ਾਂ ਨੇ। ਲੇਕਿਨ ਜਿਹੜਾ ਇਹ ਬੈਗ ਇੱਕ ਕੰਧੇ ਦੇ ਟੰਗ ਕੇ ਔਰ ਬਾਈਕ ਦੇ ਉੱਤੇ ਚੱਲ ਕੇ ਜਲੰਧਰ ਤੋਂ ਇੱਥੇ ਤੱਕ ਪਹੁੰਚਣਾ, ਇਹਦੇ ਪਿੱਛੇ ਕਿਸੇ ਤਰ੍ਹਾਂ ਦੀ ਰਾਜਨੀਤੀ ਕਦੀ ਵੀ ਨਜ਼ਰ ਨਹੀਂ ਆ ਸਕਦੀ। ਸਿਰਫ ਪਿਆਰ, ਪ੍ਰੇਮ, ਇਹ ਉਹ ਚੀਜ਼ ਦੀ ਕਮਾਈ ਸੀ ਜੋ ਇਸ ਬੰਦੇ ਨੇ ਕਮਾਈ, ਸਿਰਫ ਔਰ ਸਿਰਫ 29 ਸਾਲ ਦੀ ਉਮਰ ਦੇ ਵਿੱਚ ਕਮਾਈ। ਉਹ ਬੰਦਾ ਜਿਹੜੀ ਚੀਜ਼ ਕਮਾਈ ਕਰ ਗਿਆ। ਨਾਈਜੀਰੀਅਨ ਅੱਜ ਜੋ ਹੈ ਉਹ ਆਪਣੇ ਕੰਸਰਟ ਦੇ ਵਿੱਚ ਰੋ ਰਹੇ ਨੇ। ਅੰਗਰੇਜ਼ ਜੋ ਹੈ ਉਹ ਅੱਜ ਜੋ ਹੈ ਇਹਨੂੰ ਮੂਸੇਵਾਲੇ ਨੂੰ ਯਾਦ ਕਰਕੇ ਰੋ ਰਹੇ। ਕੋਈ ਵੀ ਨਹੀਂ ਜਾਣਦਾ ਕਿ ਮੂਸੇਵਾਲਾ ਕਿਹੜੀ ਧਰਤੀ ਤੋਂ ਆਇਆ ਸੀਗਾ, ਕਿਸ ਤਰ੍ਹਾਂ ਦਾ ਬੰਦਾ ਸੀਗਾ। ਛੋਟੇ ਜਿਹੇ ਪਿੰਡ ਤੋਂ, ਬਿਲਕੁਲ ਛੋਟੇ ਜਿਹੇ ਕਸਬੇ ਤੋਂ ਉੱਠ ਕਰਕੇ ਉਹ ਬੰਦਾ ਇਸ ਧਰਤੀ ਨੂੰ ਪਿਆਰ ਕਰਦਾ ਸੀਗਾ। ਕਦੀ ਇੱਥੋਂ ਉੱਠ ਕੇ ਚੰਡੀਗੜ੍ਹ ਤੱਕ ਜਾਣ ਦੀ ਜਿਹਨੇ ਜ਼ਹਿਮਤ ਨਹੀਂ ਕੀਤੀ। ਅਦਰਵਾਈਜ਼ ਚੰਡੀਗੜ੍ਹ ਦੀ ਹੋਮਲੈਂਡ ਸੁਸਾਇਟੀ ਦੇ ਵਿੱਚ ਸਾਰੇ ਸਿੰਗਰ ਜਿਹੜੇ ਨੇ ਉਹ ਉੱਥੇ ਰਹਿ ਰਹੇ ਨੇ। ਇਹ ਚਾਹੁੰਦਾ ਤਾਂ ਆਪਣੇ ਮਾਂ ਪਿਓ ਨੂੰ ਸ਼ਿਫਟ ਕਰ ਸਕਦਾ ਸੀਗਾ, ਪੈਸਾ ਦੀ ਕੋਈ ਕਮੀ ਨਹੀਂ, ਕੋਈ ਸ਼ੋਹਰਤ ਦੀ ਕਮੀ ਨਹੀਂ ਕਿਸੇ ਤਰ੍ਹਾਂ ਤੇ, ਲੇਕਿਨ ਕਿਉਂਕਿ ਮਿੱਟੀ ਨਾਲ ਪਿਆਰ ਸੀਗਾ। ਪਿੱਛੇ ਟਰੈਕਟਰ ਜੋ ਹੈ ਉਹ ਸਿੱਧੂ ਦਾ ਹੁਣ ਵੀ ਉਹ ਖੜਾ ਨਜ਼ਰ ਆ ਰਿਹਾ, ਔਰ ਇੱਕ ਸ਼ਾਨ ਉਹਦੀ ਬੰਦੇ ਦੀ ਸਿਰਫ ਔਰ ਸਿਰਫ ਕਿਉਂਕਿ ਮਸ਼ੀਨਾਂ ਨਾਲ ਪਿਆਰ, ਮਿੱਟੀ ਨਾਲ ਪਿਆਰ, ਖੇਤਾਂ ਨਾਲ ਪਿਆਰ, ਉਹ ਆਪਣੀ ਧਰਤੀ ਨੂੰ ਪਿਆਰ ਕਰਦਾ ਸੀਗਾ। ਇਹ ਸਿੱਧੂ ਦੀ ਉਹ ਨਿਸ਼ਾਨੀਆਂ ਜਿਨ੍ਹਾਂ ਨਾਲ ਉਹਨੇ ਮਸ਼ੀਨਾਂ ਨਾਲ ਪਿਆਰ ਕੀਤਾ,
ਉਹ ਅੱਜ ਇੱਥੇ ਉਹਦੀਆਂ ਨਿਸ਼ਾਨੀਆਂ ਖੜੀਆਂ ਰਹਿ ਗਈਆਂ ਔਰ ਇਹ ਖੜੀਆਂ ਰਹਿਣਗੀਆਂ। ਉਹਦੀਆਂ ਗੱਲਾਂ, ਉਹਦੀਆਂ ਬਾਤਾਂ ਸਭ ਦੇ ਦਿਲਾਂ 'ਚ ਰਹਿਣਗੀਆਂ, ਕਦੀ ਭੁਲਾਈਆਂ ਨਹੀਂ ਜਾ ਸਕਦੀਆਂ ਕਿਸੇ ਤਰੀਕੇ ਨਾਲ ਵੀ। ਲੋਕ ਜੋ ਹੈ ਸਿੱਧੂ ਨੂੰ, ਸਿੱਧੂ ਦੀ ਸਾਦਗੀ ਨੂੰ, ਸਿੱਧੂ ਦੇ ਸ਼ਬਦਾਂ ਨੂੰ, ਸਿੱਧੂ ਦੇ ਗਾਣਿਆਂ ਨੂੰ ਆਪਣੇ ਦਿਲੋਂ ਕਦੀ ਜ਼ਿੰਦਗੀ 'ਚ ਨਹੀਂ ਭੁਲਾ ਪਾਂਗੇ। ਵਕਤ ਲੱਗੇਗਾ, ਸਾਲੋਂ ਸਾਲ ਲੱਗਣਗੇ, ਲੇਕਿਨ ਸਿੱਧੂ ਦਾ ਜਿਹੜਾ ਜਲਵਾ ਹੈ, ਸਿੱਧੂ ਜੋ ਲਿਖ ਗਿਆ, ਸਿੱਧੂ ਵਰਗਾ ਨਾ ਹੋ ਸਕਿਆ, ਨਾ ਹੋਇਆ, ਨਾ ਹੋ ਸਕੇਗਾ, ਕਿਉਂਕਿ ਸਿੱਧੂ ਇੱਕ ਆਪਣੇ ਆਪ ਵਿੱਚ ਬਹੁਤ ਵੱਡਾ ਮੈਚੋਰ ਇੱਕ ਚੀਜ਼ ਬਣ ਕੇ ਆਇਆ ਸੀ। ਉਹਨੇ ਸਮਾਜ ਨੂੰ ਪਛਾਣਿਆ, ਸਮਾਜ ਦੀ ਅਸਲੀਅਤ ਨੂੰ, ਸੱਚਾਈ ਨੂੰ ਉਹਨੇ ਪੇਸ਼ ਕੀਤਾ। ਇਸ ਕਰਕੇ ਲੋਕਾਂ ਨੇ ਉਹਨੂੰ ਪਿਆਰ ਕੀਤਾ। ਉਹਦੇ ਸ਼ਬਦਾਂ 'ਚ ਜਿਹੜਾ ਪਿਆਰ ਸੀਗਾ, ਜਿਹੜਾ ਸ਼ਬਦਾਂ ਦੇ ਅੰਦਰ ਸੱਚਾਈ ਸੀ, ਲੋਕੀ ਉਸ ਚੀਜ਼ ਨੂੰ ਉਹਨੂੰ ਪਿਆਰ ਕਰਦੇ ਸੀ। ਬਹੁਤ ਸਾਰੇ ਲੋਕ ਅੱਜ ਸਵੇਰੇ ਤੋਂ ਆਪਾਂ ਇੱਥੇ ਪਹੁੰਚੇ ਹੋਏ ਸੀਗੇ, ਸਵੇਰੇ ਤੋਂ ਸਿੱਧੂ ਦੇ ਅਸੀਂ ਹਵੇਲੀ ਦੇ ਬਾਹਰ ਜੋ ਆਪਾਂ ਰਿਪੋਰਟਿੰਗ ਕਰ ਰਹੇ ਸੀ ਸਵੇਰੇ ਤੋਂ, ਔਰ ਲੋਕੀ ਬਹੁਤ ਤਾਦਾਦ ਵਿੱਚ ਹਰਿਆਣਾ ਦੇ ਕੋਨੇ-ਕੋਨੇ ਤੋਂ, ਪੰਜਾਬ ਦੇ ਕੋਨੇ-ਕੋਨੇ ਤੋਂ ਲੋਕੀ ਬਹੁਤ ਵੱਡੀ ਤਾਦਾਦ, ਕਿਉਂਕਿ ਕੱਲ ਸਵੇਰੇ ਦਾਣਾ ਮੰਡੀ ਦੇ ਅੰਦਰ ਭੋਗ ਹੋਣ ਵਾਲਾ ਹੈ ਔਰ ਇਹ ਸ਼ਖਸ ਵੀ ਸਿਰਫ ਉਸੇ ਨੂੰ ਅਟੈਂਡ ਕਰਨ ਵਾਸਤੇ, ਉਸ ਪਰਿਵਾਰ ਦੇ ਨਾਲ ਜਿਹੜਾ ਆਪਣਾ ਸ਼ੋਕ ਵਿਅਕਤ ਕਰਨ ਵਾਸਤੇ ਉਹਦੇ ਨਾਲ ਕੰਧਾ ਕੰਧਾ, ਭਲੇ ਹੀ ਅੱਜ ਉਹਦੇ ਫਾਦਰ ਜੋ ਹੈ ਬਲਕੌਰ ਸਿੰਘ ਨੂੰ ਨਾ ਮਿਲ ਸਕਣਗੇ ਕੱਲ, ਲੇਕਿਨ ਉਹਦੇ ਨਾਲ ਸਿਰਫ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਕਿ ਮੈਂ ਤੁਹਾਡੇ ਨਾਲ ਖੜਾ, ਤੁਹਾਡੇ ਇਸ ਸ਼ੋਕ ਦੇ ਵਿੱਚ, ਪਰਿਵਾਰ ਦੇ ਨਾਲ ਜੋ ਹਾਦਸਾ ਵਾਪਰਿਆ ਉਹਦੇ ਨਾਲ ਮੈਂ ਤੁਹਾਡੇ ਨਾਲ ਖੜਾ। ਇਹਦੇ ਨਾਲ ਦੇ ਲੱਖਾਂ ਲੋਕ ਜੋ ਹੈ ਘਰ ਬੈਠ ਕਰਕੇ ਵੀ ਉਸ ਬੰਦੇ ਨੂੰ ਅਸੀਸਾਂ ਦੇ ਰਹੇ ਨੇ, ਦੁਆਵਾਂ ਦੇ ਰਹੇ ਨੇ, ਉਹਦੇ ਜਿੱਥੇ ਵੀ ਰਹੇ ਉਹਨੂੰ ਖੁਸ਼ ਰਹਿਣ ਦੀ ਦੁਆਵਾਂ ਦੇ ਰਹੇ ਨੇ। ਲੇਕਿਨ ਸਾਰੇ ਤਰਫੋਂ ਸਿਰਫ ਇੱਕ ਮੈਸੇਜ ਕਿ ਕਾਇਰਾਨਾ ਹਰਕਤ ਸੀ, ਹਰਕਤ ਬਿਲਕੁਲ ਵੀ ਅਸੈਪਟੇਬਲ ਨਹੀਂ ਹੈ ਔਰ ਇਹਦੇ ਉੱਤੇ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਇਨਸਾਫ ਹੋਣਾ ਚਾਹੀਦਾ ਹੈ। ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਤੱਕ ਵੀ ਲੈਟਰ ਲਿਖਿਆ ਗਿਆ। ਅਮਿਤ ਸ਼ਾਹ ਜੋ ਹੈ ਖੁਦ ਆਏ ਚੰਡੀਗੜ੍ਹ, ਉਹਨਾਂ ਨੇ ਬੁਲਾਇਆ, ਅਮਿਤ ਸ਼ਾਹ ਨੇ ਮੁਲਾਕਾਤ ਕੀਤੀ। मांग ਇਹਨਾਂ ਦੀ ਤਰਫੋਂ ਕੁਝ ਵੀ ਸਿਰਫ ਔਰ ਸਿਰਫ ਕਿ मांग जो एनआईए तो जांच ਹੋਏ, सीबीआई तो जांच ਹੋਏ। ਹਲਕੀ ਚਰਚਾਵਾਂ ਇਹ ਵੀ ਰਹੀਆਂ ਕਿ ਇਹਨਾਂ ਨੂੰ ਐਮਪੀ ਦੀ ਟਿਕਟ ਜੋ ਹੈ ਆਫਰ ਕੀਤੀ ਗਈ। ਇਹਨਾਂ ਨੇ ਸਪੈਸ਼ਲੀ ਜੋ ਹੈ ਬਲਕੌਰ ਸਿੰਘ ਨੇ ਸਪੈਸ਼ਲੀ ਇੱਕ ਵੀਡੀਓ ਜਾਰੀ ਕੀਤਾ ਕਿ ਹਲੇ ਮੇਰੇ ਬੇਟੇ ਦਾ ਸੀਵਾ ਜੋ ਹੈ ਉਹ ਵੀ ਠੰਡਾ ਨਹੀਂ ਹੋਇਆ ਔਰ ਇਸ ਤਰ੍ਹਾਂ ਦੀ ਗੱਲਾਂ ਕਰਨਾ ਜੋ ਬੇਈਮਾਨੀ ਨੇ, ਕਿਸੇ ਤਰ੍ਹਾਂ ਦਾ ਐਮਪੀ ਦੀ ਸੀਟ ਉਹ ਨਹੀਂ ਲੈਣਾ ਚਾਹ ਰਹੇ। ਲੇਕਿਨ ਲੋਕਾਂ ਦੀਆਂ ਭਾਵਨਾਵਾਂ, ਪਿਆਰ ਬਹੁਤ ਘੱਟ ਐਸੇ ਲੋਕ ਬਿਨਾਂ ਕਿਸੇ ਸਵਾਰਥ ਤੋਂ ਜਿਹੜੇ ਜੁੜੇ ਹੋਏ ਸੀਗੇ ਉਸ ਬੰਦੇ ਨੂੰ ਸਿਰਫ ਪਿਆਰ ਕਰਦੇ ਸੀ। ਪਿਆਰ ਜੋ ਹੈ ਸਿਰਫ ਉਹਦਾ ਹੀ ਇੱਕ ਨਤੀਜਾ ਕਿ ਇਸ ਵੇਲੇ ਆਪਾਂ ਵੀ ਇਸ ਵੇਲੇ ਜੋ ਹੈ ਸਾਂਝਾ ਟੀਵੀ ਚੈਨਲ, ਨਿਊਜ਼ ਓਨਲੀ ਚੈਨਲ ਇਸ ਹਵੇਲੀ ਦੇ ਬਾਹਰ ਖੜਾ ਹੈ। ਉਸ ਬੰਦੇ ਨਾਲ ਪਿਆਰ ਕਰਦੇ ਸੀ, ਆਪਾਂ ਦਿਲੋਂ ਪਿਆਰ ਕਰਦੇ ਸੀਗੇ ਔਰ ਇਸ ਚੀਜ਼ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਦਿਲੋਂ ਇਸ ਪਰਿਵਾਰ ਵਾਸਤੇ ਹਮੇਸ਼ਾ ਸਾਡੀ ਸਹਿਮਤੀ ਨਾਲ ਸੀਗੀ, ਅੱਜ ਵੀ ਇਹ ਹਮੇਸ਼ਾ ਰਹੇਗੀ। ਸਿਰਫ ਇੱਕੋ ਚੀਜ਼ ਦੀ ਫਿਰ ਉਹੀ ਚੀਜ਼ ਕਿ ਸਰਕਾਰਾਂ ਅਗਰ ਆਪਣੀ ਜੋ ਕਾਰਜ ਪ੍ਰਣਾਲੀ ਹੈ ਉਹਦੇ ਸੁਧਾਰ ਕਰਨ ਤਾਂ ਸ਼ਾਇਦ ਕਿੱਥੇ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਦੀਵੇ ਜੋ ਹੈ ਉਹ ਬੁਝਣ ਤੋਂ ਬਚ ਸਕਦੇ ਨੇ। ਜਿਹੜੇ ਰੋਸ਼ਨੀ ਜਿਹੜੀ ਹੈ ਚਾਨਣ ਕਰ ਰਹੇ ਨੇ, ਆਪਣੇ ਏਰੀਆ ਦਾ ਨਾਮ ਰੋਸ਼ਨ ਕਰ ਰਹੇ ਹੈ ਦੇਸ਼ ਵਿਦੇਸ਼ਾਂ ਵਿੱਚ। ਪਰਿਵਾਰ ਜੋ ਹੈ ਛੋਟੀ ਆਪਣੀ ਮਿਹਨਤ ਤੋਂ ਉੱਠ ਕਰਕੇ ਉੱਥੇ ਤੱਕ ਜੋ ਹੈ ਇੰਟਰਨੈਸ਼ਨਲ ਲੈਵਲ ਤੱਕ ਨਾਮ ਚਮਕਾ ਰਹੇ ਹੈ। ਅਗਰ ਸਰਕਾਰਾਂ ਰਾਜਨੀਤੀ ਤੋਂ ਉੱਪਰ ਉੱਠ ਕਰਕੇ ਅਗਰ ਇਹਦੀ ਉਸ ਦਿਨ ਜੋ ਸਿਕਿਉਰਿਟੀ ਜੋ ਸੀ ਇਹਦੀ ਉਹ ਨਾ ਘਟਾਈ, ਕਿਉਂਕਿ ਹੁਣ ਬਿਲਕੁਲ ਕਲੀਅਰ ਹੋ ਚੁੱਕਿਆ ਕਿ ਇਹਦੀ ਰੇਕੀ ਜੋ ਹੈ ਕਾਫੀ ਲੰਬੇ ਵਕਤ ਤੋਂ ਕੀਤੀ ਜਾ ਰਹੀ ਸੀਗੀ। ਪਹਿਲਾਂ ਵੀ ਹਮਲਾਵਰ ਆਏ ਸੀ ਰੇਕੀ ਕਰਕੇ ਇਹਦੇ ਉੱਤੇ ਅਟੈਕ ਕਰਨ ਵਾਸਤੇ, ਲੇਕਿਨ ਉਸ ਦਿਨ 4 ਗਨਮੈਨ ਜੋ ਇਹਨਾਂ ਨਾਲ ਸੀ, AK-47 ਉਹਨਾਂ ਦੇ ਕੋਲ ਸੀਗੀ। ਉਸ ਦਿਨ ਸਿਰਫ ਔਰ ਸਿਰਫ ਇਸ ਕਰਕੇ ਕਿ ਹਥਿਆਰਬੰਦ ਸਿਕਿਉਰਿਟੀ ਇਹਨਾਂ ਨਾਲ ਸੀਗੀ, ਉਸ ਦਿਨ ਅਟੈਕ ਨਹੀਂ ਹੋ ਸਕਿਆ ਸੀਗਾ। ਸਿਕਿਉਰਿਟੀ ਘੱਟ ਕਰ ਲਈ ਗਈ। ਉਹ ਸਿਕਿਉਰਿਟੀ ਅਗਰ ਘੱਟ ਨਾ ਹੋਈ ਹੁੰਦੀ ਤਾਂ ਸ਼ਾਇਦ ਅੱਜ ਸਿੱਧੂ ਸਾਡੇ ਨਾਲ, ਸਾਡੇ ਵਿੱਚ ਹੁੰਦਾ। ਹਾਦਸਾ ਛੋਟਾ ਮੋਟਾ ਅਗਰ ਹੁੰਦਾ ਤਾਂ ਸ਼ਾਇਦ ਉਹਨੂੰ ਸੰਭਾਲਿਆ ਜਾ ਸਕਦਾ ਸੀ, ਲੇਕਿਨ ਹਾਦਸਾ ਐਡਾ ਵੱਡਾ ਹੋਇਆ ਕਿ ਉਹਦੀ ਭਰਪਾਈ ਜ਼ਿੰਦਗੀ ਭਰ ਵੀ ਕਦੀ ਨਹੀਂ ਕੀਤੀ ਜਾ ਸਕੇਗੀ। ਇੱਕ ਵੀਰ ਨਾਲ ਮੈਂ ਤੁਹਾਨੂੰ ਹੁਣੇ ਮਿਲਾ ਰਿਹਾ ਸੀਗਾ, ਜਲੰਧਰ ਤੋਂ ਬਾਈਕ ਤੇ ਚੱਲ ਕਰਕੇ ਆਏ ਸੀਗੇ ਹੁਣੇ। ਮਤਲਬ ਇਹ ਰਾਤ ਦੇ 11:30 ਵਜੇ ਦਾ ਇੱਕ ਸ਼ੋਟ ਮੇਰੇ ਇਸ ਪੂਰੇ ਏਰੀਆ ਸਵੇਰੇ ਅਗਰ ਮੰਨਿਆ ਜਾਏ, ਕਿਉਂਕਿ ਰਾਹੁਲ ਗਾਂਧੀ ਸਵੇਰੇ ਇੱਥੇ ਹੋ ਕੇ ਗਏ ਸੀਗੇ। ਅੰਬਾਰ ਲੱਗਿਆ ਹੋਇਆ ਸੀਗਾ, ਪੂਰਾ ਜਮਾਵੜਾ ਇੱਥੇ ਮੀਡੀਆ ਦਾ ਲੱਗਿਆ ਹੋਇਆ ਸੀਗਾ, ਨੈਸ਼ਨਲ ਮੀਡੀਆ ਸੀਗੀ, ਲੋਕਲ ਮੀਡੀਆ ਸਭ ਇੱਥੇ ਸੀਗਾ। ਲੇਕਿਨ ਰਾਤ ਦੇ 11:30 ਵਜੇ ਬਿਲਕੁਲ ਸन्नाटा, ਤੇ ਕੋਈ ਵੀ ਬੰਦਾ ਨਹੀਂ, ਸਿਰਫ ਸਾਂਝਾ ਟੀਵੀ ਜੋ ਹੈ ਉਹ ਇੱਥੇ ਆਪਣੀ ਜੋ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਵਾਸਤੇ ਆਇਆ। ਔਰ ਇੱਕ ਚੀਜ਼ ਦਿਖਾਣਾ ਚਾਹੂੰਗਾ ਮੇਰੇ ਨਾਲ, ਇਹ कुछ मेरे यार कुछ ऐसे प्रेमी जो ने सिर्फ सिद्धू मूसेवाला दे फैन ਉਹ ਇਸ ਵੇਲੇ ਰਾਤ ਦੇ 11:30 ਵਜੇ ਵਕਤ ਦੀ ਪਰਵਾਹ ਨਹੀਂ। ਮੇਰੇ ਵੀਰ ਕਿੱਥੋਂ ਚੱਲ ਕੇ ਆਏ ਤੁਸੀਂ? ਅਸੀਂ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਆਏ। ਸੰਗਰੂਰ ਤੋਂ 25 ਕਿਲੋਮੀਟਰ ਅੱਗੇ ਸਾਡਾ ਪਿੰਡ ਦੜਬਾ ਜੀ। ਦੜਬਾ ਤੋਂ ਇਸ ਵੇਲੇ ਇੱਥੇ ਕੀ ਕਰ ਰਹੇ ਤੁਸੀਂ? ਵੀਰੇ ਹਨਾ ਬਾਈ ਨਾਲ ਇੱਕ ਪਿਆਰ ਸੀਗਾ, ਘਰੇ ਪਏ ਯਾਰ, ਤੇ ਮਤਲਬ ਰੋਣਾ ਆਉਂਦਾ ਸੀਗਾ, ਮਤਲਬ ਪਿਆਰ ਨਹੀਂ ਗਿਆ ਸਾਤੋਂ। ਜੀ ਕਰਿਆ ਵੀ ਮੱਲੋ ਮੱਲੀ ਬਾਈ ਦਾ ਪਿਆਰ ਖਿੱਚ ਰਿਹਾ ਸੀ ਵੀ ਅੱਜ ਮੈਂ ਬਾਈ ਬੁਲਾ ਰਿਹਾ ਹੋਵੇ। ਮੱਲੋ ਮੱਲੀ ਜਿਹੜਾ ਪਿਆਰ ਹੈ ਖਿੱਚ ਰਿਹਾ, ਸਿਰਫ ਇਹਦੀ ਆਵਾਜ਼ ਨਹੀਂ ਗਈ, ਬਹੁਤ ਸਾਰੇ ਐਸੇ ਲੋਕ। ਕੀ ਗੱਲ ਮੇਰੇ ਵੀਰ, ਤੁਸੀਂ ਕਿਉਂ ਨਹੀਂ ਸੁਣਦੇ ਕਿਉਂ ਨਹੀਂ ਜਾ ਕੇ? ਬਾਈ ਦੇ ਫੈਨ ਤੇ ਬਸ
ਸਾਨੂੰ ਆਉਣਾ ਪਿਆ ਨਾ ਬਾਈ ਨੇ ਹੁਣ, ਬਾਈ ਦੇ ਬਹੁਤ ਵੱਡੇ ਫੈਨ ਤੇ ਅਸੀਂ, ਬਸ ਸਾਨੂੰ ਪਿਆ ਬਸ ਜਿਵੇਂ ਬਾਈ ਸ਼ਰਟਾਂ ਨੇ ਵਿੱਚ ਇਹ ਗੱਲ ਪਾ ਕਹੀ ਕੇ ਲੈ ਕੇ ਆਏ ਬਸ ਸਾਰੇ ਮੁੰਡੇ ਵੀ, ਪਰਿਵਾਰ ਨੇ ਜਿਵੇਂ ਕਿਹਾ ਇਹ ਸੀ ਦਸਤਾਰਾਂ ਇਹ ਸਜਾ ਪਿਆਰ ਕੇ। ਇਹ ਪਿਆਰ ਹੈ ਸਿੱਧੂ ਮੂਸੇਵਾਲੇ ਦਾ। ਇਹ ਆ ਸਿੱਧੂ ਮੂਸੇਵਾਲੇ ਦੇ ਫੈਨ ਜਿਹੜੇ ਰਾਤ ਦੇ 11:30 ਵਜੇ ਬਾਈਕਾਂ ਤੇ ਤੁਰ ਕੇ ਆਏ ਨੇ, ਸੰਗਰੂਰ ਤੋਂ ਤੁਰ ਕੇ ਆਏ, ਸੰਗਰੂਰ ਤੋਂ ਵੀ ਅੱਗੇ 25-30 ਕਿਲੋਮੀਟਰ ਤੇ। ਇਹ ਸਿੱਧੂ ਮੂਸੇਵਾਲਾ, ਇਹ ਕਮਾਈ, ਇਹ ਜ਼ਿੰਦਗੀ ਦੀ ਅਸਲ ਕਮਾਈ। ਇਹ ਕਿ ਕਹਿੰਦੇ जीता इस जग को सिकंदर इस जग का वाली था, जीता इस जग को सिकंदर इस जग का वाली था, गया इस जहां से दोनों हाथ से खाली था। लेकिन ये लोगों का प्यार, ਲੱਖਾਂ ਕਰੋੜਾਂ ਲੋਕਾਂ ਦਾ ਪਿਆਰ, ਦੇਸ਼ ਵਿਦੇਸ਼ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਪਿਆਰ ਕਮਾ ਕੇ ਗਿਆ, ਇਹ ਉਹ ਪਿਆਰ ਹੈ। ਰਾਤੀ 11:30 ਵਜੇ ਕੋਈ ਸਗਾ ਰਿਸ਼ਤੇਦਾਰ ਵੀ ਕਿਸੇ ਦੇ ਡੈਥ ਤੇ ਨਹੀਂ ਪਹੁੰਚਦਾ ਕਦੀ ਵੀ, ਜੋ ਹੈ ਇਸ ਤਰੀਕੇ ਦਾ ਨਜ਼ਾਰਾ ਕਦੀ ਪਰਿਵਾਰਾਂ ਦੇ ਅੰਦਰ ਦੇਖਣ ਨੂੰ ਨਹੀਂ ਮਿਲਦਾ। ਲੇਕਿਨ ਉਹ ਸਿੱਧੂ ਸੀ, ਇਹਨਾਂ ਦਾ ਕੁਝ ਨਹੀਂ ਲੱਗਦਾ ਸੀ, ਕੋਈ ਰਿਸ਼ਤੇਦਾਰੀ ਨਹੀਂ ਸੀ, ਕੋਈ ਦੂਰ ਦੂਰ ਤੱਕ ਜਾਣੀ ਜਾਣ ਨਹੀਂ ਸੀ। ਲੇਕਿਨ ਇਹ ਪਿਆਰ ਲੋਕਾਂ ਨੂੰ ਖਿੱਚ ਕੇ ਲਿਆ ਰਿਹਾ, ਬਾਈਕਾਂ ਦੇ ਉੱਤੇ ਖਿੱਚ ਕੇ ਲਿਆ ਰਿਹਾ। ਹੁਣ ਇਹ ਰਾਤ ਦੇ 11:30 ਵਜੇ ਇਸ ਇੱਕ ਛੋਟੇ ਜਿਹੇ ਪਿੰਡ ਦੇ ਅੰਦਰ ਜਿੱਥੇ ਪਹੁੰਚੇ ਨੇ, ਮੂਸਾ ਪਿੰਡ ਦੇ ਅੰਦਰ ਪਹੁੰਚੇ ਨੇ, ਮਾਨਸਾ ਦੇ ਲਾਗੇ ਪਹੁੰਚੇ ਨੇ। ਰਹਿਣ ਦਾ ਰਾਤ ਦਾ ਇਹਨਾਂ ਲੋਕਾਂ ਦਾ ਕੋਈ ਠਿਕਾਣਾ ਨਹੀਂ, ਖਾਣ ਦਾ ਕੋਈ ਠਿਕਾਣਾ ਨਹੀਂ, ਪੀਣ ਦਾ ਕੋਈ ਠਿਕਾਣਾ ਨਹੀਂ। ਲੇਕਿਨ ਉਹ ਸਿਰਫ ਪਿਆਰ, ਇਹਨਾਂ ਦਾ ਮੂਸੇ ਵਾਸਤੇ ਪਿਆਰ ਜਿਹੜਾ ਹੈ ਉਹ ਇੱਥੇ ਖਿੱਚ ਕੇ ਲਿਆਇਆ। ਔਰ ਉਸੇ ਦਾ ਇੱਕ ਉਦਾਹਰਣ, ਇੱਕ ਨਜ਼ਾਰਾ, ਇੱਕ ਮਾਨਗੀ ਬਾਰੇ ਕਿ ਇੱਥੇ ਜਿਹੜੇ ਲੋਕੀ ਪਹੁੰਚੇ ਨੇ। ਬਾਈ ਕੋਈ ਰਸਤੇ ਐਕਸੀਡੈਂਟ ਵੀ ਹੋਇਆ ਗਿਆ, ਬਾਈ ਦੇ ਆਉਂਦੇ ਹੋਏ ਬਾਈ ਇੱਕ ਬਾਈ ਨੂੰ ਸੱਟ ਵੀ ਲੱਗੀ ਨਜ਼ਰ ਆ ਰਹੀ ਹੈ। ਨਹੀਂ ਕੁਛ ਆਉਂਦੇ ਹੋਏ ਜਦੋਂ ਅਸੀਂ ਆ ਰਹੇ ਸੀ ਨਾ, ਤੇ ਇੱਕ ਕਾਰ ਚੱਲ ਕਰ ਰਿਹਾ ਸੀ, ਉਧਰ ਉਹਦੀ ਸ਼ਰਾਬ ਪੀਤੀ ਹੋਈ ਹੋਣੀ, ਤੇ ਉਹ ਤੋਂ ਨਾ ਗੱਡੀ ਮਤਲਬ ਕੰਟਰੋਲ ਨਹੀਂ ਹੋ ਰਹੀ ਸੀਗੀ, ਤੇ ਬਾਈਕ ਕਣੀ ਆ ਗਈ ਗੱਡੀ, ਤੇ ਉਹ ਕਹਿੰਦਾ ਫਿਰ ਆਪਣੀ ਬਚਾਅ ਕਰਦੇ ਕਰਦੇ ਡਿਵਾਈਡਰ ਤੋਂ ਪਰਾਂ ਤਾਰਾਂ ਲੱਗੇ ਹੁੰਦੇ ਜਿਹੜੀਆਂ, ਇਹ ਚੀਜ਼ ਮੈਂ ਦਿਖਾਣਾ ਚਾਹਾਂਗਾ ਕਿ ਇਹ ਨਜ਼ਾਰਾ ਜੋ ਹੈ, ਇਹ ਬੰਦਾ ਜੋ ਹੈ ਸੱਟ ਖਾ ਕੇ ਵੀ, ਮਤਲਬ ਚਾਹੇ ਐਕਸੀਡੈਂਟ ਨਹੀਂ ਹੋਇਆ, ਲੇਕਿਨ ਇੱਕ ਨਜ਼ਾਰਾ, ਉਹ ਇਹ ਪੂਰਾ ਮੂਵਮੈਂਟ ਬਣ ਚੁੱਕਿਆ ਸੀਗਾ। ਔਰ ਰਸਤੇ ਜੋ ਹੈ ਇਸ ਮਾਹੌਲ ਦੇ ਅੰਦਰ ਵੀ ਬੰਦਾ ਇਸ ਵੇਲੇ ਫਟੇ ਹੋਏ ਕੱਪੜੇ ਇੱਥੇ ਹੈਗੇ ਨੇ ਇਹਦੇ, ਔਰ ਕੱਪੜੇ ਹੋਰ ਵੀ ਇਹਦੇ ਕੋਲ ਨਹੀਂ ਹੋਣਗੇ, ਲੇਕਿਨ ਪਿਆਰ, ਸਿਰਫ ਔਰ ਪਿਆਰ, ਉਹ ਪਿਆਰ ਜੋ ਹੈ ਉਹ ਮੂਸੇਵਾਲਾ ਵਾਸਤੇ ਪਿਛਲੇ ਕਰੀਬ 23 ਸਾਲ ਦੇ ਮੇਰੇ ਪੂਰੇ ਕੈਰੀਅਰ ਦੇ ਅੰਦਰ, ਜਰਨਲਿਜ਼ਮ ਕੈਰੀਅਰ ਦੇ ਅੰਦਰ, मैं कभी जिंदगी भर इस तरह का नज़ारा किसी एक शख्सियत वास्ते, किसी भी पॉलिटिकल पार्टी वास्ते, किसी सिंगर वास्ते, किसी वड्डी हस्ती वास्ते कभी जिंदगी नहीं देखा। लेकिन एक मूसेवाला जो चीज़ कमा गया, इस चीज़ की कभी जिंदगी भरपाई कोई इस तरीके का ना कभी होया ना कभी हो सकता। ਇਹ ਉਹ ਪਿਆਰ ਲੋਕਾਂ ਨਾਲ ਜਿਹੜਾ ਪਾ ਕੇ ਗਿਆ ਹੈ, ਉਹ ਜਿਸ ਤਰੀਕੇ ਨਾਲ ਕਮਾ ਕੇ ਗਿਆ ਹੈ, ਉਹ ਨਾਮ ਜੋ ਕਮਾ ਕੇ ਗਿਆ, ਉਹ ਬਲਕੌਰ ਸਿੰਘ ਦੇ ਉਹਦੇ ਫਾਦਰ ਬਲਕੌਰ ਸਿੰਘ ਦੇ ਸੰਸਕਾਰ ਸੀਗੇ, ਉਹਨਾਂ ਦੇ ਪਿਆਰ ਦਾ, ਉਹਨਾਂ ਦਾ ਜਿਹੜਾ ਜ਼ਿੰਦਗੀ ਜੀਣ ਦਾ ਤਰੀਕਾ ਸਿਖਾਇਆ ਸੀਗਾ, ਉਹਦਾ ਨਤੀਜਾ ਕਿ ਅੱਜ ਲੱਖਾਂ ਦੀ ਤਾਦਾਦ ਦੇ ਅੰਦਰ ਲੋਕੀ ਉਹਨੂੰ ਪਿਆਰ ਕਰ ਰਹੇ ਨੇ, ਦੇਸ਼ ਵਿਦੇਸ਼ ਦੇ ਅੰਦਰ ਉਹਨੂੰ ਯਾਦ ਕਰਕੇ ਰੋ ਰਹੇ ਨੇ। ਇਸ ਤਰ੍ਹਾਂ ਦੀ ਵੀਡੀਓ ਬਹੁਤ ਸਾਰੇ ਵਾਇਰਲ ਹੋ ਰਹੀਆਂ ਨੇ। ਔਰ ਕੱਲ ਸਵੇਰੇ ਜਦੋਂ ਭੋਗ ਹੈ ਤਾਂ ਹਲਕੀ ਬਹੁਤ ਵੱਡੀ ਸੰਖਿਆ ਪੁਲਿਸ प्रशासन इतने मौजूद जरूर है, लेकिन उम्मीद यही की जा रही है हुणे नाल कि इकट्ठ जो है इतना वड्डा होने वाला है कि पुलिस तो भी संभलिया, कोशिश करने तो बाद भी संभालिया नहीं जाएगा। सिद्धू मूसेवाले 29-5, ਇਹ ਬਿਲਕੁਲ ਤੁਸੀਂ ਪਿੱਛੇ ਦਾ ਲਾਸਟ ਰਾਈਡ, ਉਹਦਾ ਲਾਸਟ ਗਾਣਾ, ਲਾਸਟ ਰਾਈਡ 29-5, ਇਹ ਸਪੈਸ਼ਲੀ ਜੋ ਹੈ ਇਹ ਲੋਕੀ ਉਥੋਂ ਤਿਆਰ ਕਰਵਾ ਕਰਕੇ ਆਪਣੇ ਪਿਆਰ ਦਿਖਾਉਣ ਵਾਸਤੇ ਇਹ ਉਥੋਂ ਚੱਲ ਕੇ ਇੱਥੇ ਸਿੱਧੂ ਮੂਸੇਵਾਲਾ ਦੇ ਸੁਪਨੇ ਦੇ ਵਾਰ, ਸਿੱਧੂ ਮੂਸੇਵਾਲਾ ਦੀ ਹਸਰਤ ਜਿਹੜੀ ਸੀ, ਉਹਨੇ ਦਿਲੋਂ ਹਸਰਤ ਤਿਆਰ ਕੀਤੀ, ਉਸ ਕੋਠੀ ਦੇ ਬਾਹਰ, ਉਸ ਮਹਿਲ ਦੇ ਬਾਹਰ, ਉਸ ਹਵੇਲੀ ਦੇ ਬਾਹਰ ਜੋ ਹੈ ਪਹੁੰਚ ਕਰਕੇ ਇਸ ਵੇਲੇ ਮਿਲਣਾ ਕੁਝ ਵੀ ਨਹੀਂ, ਇਸ ਵੇਲੇ ਇਹਨਾਂ ਨੂੰ ਮਿਲਣਾ ਕੁਝ ਵੀ ਨਹੀਂ, ਇੱਥੇ ਕੋਈ ਬੰਦਾ ਨਹੀਂ ਹੈ ਇਹਨਾਂ ਨੂੰ ਅਟੈਂਡ ਕਰਨ ਵਾਲਾ, ਇਹਨਾਂ ਨੂੰ ਕੋਈ ਲਾਡ ਪਿਆਰ ਕਰਨ ਵਾਲਾ, ਕੋਈ ਫੋਟੋ ਕਰਾਉਣ ਵਾਲਾ, ਕੋਈ ਵੀਡੀਓ ਕਰਾਉਣ ਵਾਲਾ ਜਾਂ ਕੋਈ ਸੈਲਫੀ ਕਰਾਉਣ ਵਾਲਾ, ऐसे कोई बंदा नहीं। दूर दूर तक सन्नाटा, सिर्फ अंधेरा ही अंधेरा जो है चारों तरफ दिखाई दे रहा है। लेकिन उस तो बावजूद ਰਾਤ ਦੇ 11:30 ਵਜੇ ਬਿਲਕੁਲ ਅੰਧੇਰੇ ਦੇ ਵਿੱਚ, ਔਰ ਸਾਰਿਆਂ ਤੋਂ ਵੱਡੀ ਚੀਜ਼ ਕਿ ਜਿਹੜਾ ਮੇਰਾ ਵੀਰ ਜਲੰਧਰ ਤੋਂ ਚੱਲ ਕੇ ਆਇਆ, ਉਹ ਉਹਦੇ ਸੀਵਿਆਂ ਤੋਂ ਹੋ ਕਰਕੇ ਆਇਆ, ਉਹਦੀ ਸਮਾਧੀ ਤੋਂ ਹੋ ਕਰਕੇ ਇਸ ਵੇਲੇ ਰਾਤੀ ਲੋਕੀ ਸੀਵਿਆਂ ਤੋਂ ਦੂਰ ਨਿਕਲ ਕੇ ਜਾਂਦੇ ਨੇ, ਬਚਦੇ ਨੇ ਉਹ ਸੀਵਿਆਂ ਤੋਂ ਨੇੜੇ ਵੀ ਟੱਪਣ ਜਾਣ ਤੋਂ। ਲੇਕਿਨ ਉਸ ਮੇਰੇ ਵੀਰ ਦੇ ਅੰਦਰ ਉਹਦੇ ਪ੍ਰਤੀ ਇੰਨਾ ਪ੍ਰੇਮ ਸੀਗਾ ਕਿ ਸੀਵਿਆਂ ਤੱਕ ਵੀ ਜਾ ਕਰਕੇ ਆਇਆ। ਬਾਈ ਦੇਖੋ, ਜੀਂਦਾ ਬੰਦਾ ਜਿਹੜਾ ਨਾ ਉਹ ਜ਼ਿਆਦਾ ਖਤਰਨਾਕ ਆ, ਮਰੇ ਨੇ ਵਿਚਾਰੇ ਨੇ ਕੀ ਕਰਨਾ, ਜਿਹੜਾ ਸਰੀਰ ਮੁੱਕ ਗਿਆ ਨਾ। ਜੀਂਦਾ ਬੰਦਾ ਤੁਹਾਨੂੰ ਕੁਝ ਵੀ ਕਰ ਸਕਦਾ, ਜੀਂਦੇ ਨੇ ਮਾਰਿਆ, ਮਰਿਆ ਬੰਦਾ ਕਹਿੰਦਾ ਨੋਟ ਕੇ ਗਲੇ ਨਹੀਂ ਫੜੂਗਾ। ਇਸ ਲਈ ਸਿਵਿਆਂ ਤੋਂ ਡਰਨਾ ਤਾਂ ਵੈਸੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ, ਤੇ ਇਦਾਂ ਦੀ ਕੋਈ ਗੱਲ ਨਹੀਂ। ਬਸ ਇਦਾਂ ਸੀ ਕਿ ਬਾਈ ਅੱਜ ਹੈਗਾ ਆ, ਤੁਹਾਨੂੰ ਪਹਿਲਾਂ ਦੱਸਿਆ ਕਿ ਬਾਈ ਉੱਥੇ ਹੀ ਆ, ਬਾਈ ਦਿਲਾਂ ਦੇ ਅੰਦਰ ਜਿੰਦਾ ਹੈ, ਔਰ ਬਾਈ ਜੋ ਕੰਮ ਕਰ ਗਿਆ ਉਹ ਬਾਈ ਦਿਲਾਂ ਦੇ ਅੰਦਰ ਜਿੰਦਾ ਹਮੇਸ਼ਾ ਰਹੇਗਾ। ਬਾਈ ਦਿਲਾਂ ਨਜ਼ਾਰਾ
ਇੱਕ ਬਾਹਰ ਦਾ ਬਿਕੋਜ਼ ਸਵੇਰੇ ਵੀ ਅਗਰ ਜਦੋਂ ਆਪਾਂ ਪਹੁੰਚੇ ਸੀਗੇ ਤਾਂ ਬਹੁਤ ਜ਼ਿਆਦਾ ਭੀੜ ਸੀ, ਪੁਲਿਸ ਸਿਕਿਉਰਿਟੀ ਲੱਗੀ ਹੋਈ ਸੀਗੀ। ਹਾਲੇ ਵੀ ਜੋ ਹੈ ਬੈਰੀਕੇਡਿੰਗ ਬਾਹਰ ਕੀਤੀ ਗਈ ਕਿ ਅੰਦਰ ਜਾਣ ਦੀ ਅਲਾਉਡ ਨਹੀਂ ਹੁੰਦਾ ਕਿਸੇ ਤਰੀਕੇ ਨਾਲ। ਹਵੇਲੀ ਦਾ ਮੇਨ ਗੇਟ ਜੋ ਹੈ ਉਹ ਬੰਦ ਇਸ ਵੇਲੇ ਬੰਦ ਨਜ਼ਰ ਆ ਰਿਹਾ, ਲੇਕਿਨ ਇਹ ਹਵੇਲੀ ਹੁਣੇ ਬਿਲਕੁਲ ਹਾਲ ਫਿਲਹਾਲ ਹੀ ਸੀ ਜੋ ਤਿਆਰ ਹੋਈ ਹੈ, ਜ਼ਿਆਦਾ ਟਾਈਮ ਨਹੀਂ ਹੋਇਆ। ਹਾਲੇ पूरी तरह फैमिली जो है थे शिफ्ट भी जो है वो नहीं हो पाई सी, शिफ्ट होना सी और सपने देखे जा रहे सी क्योंकि अगले महीने ही जो है 11 जून सर तो बड़ी चीज एक थी कि 11 जून या 11 जून सिद्धू दा बर्थडे आ रहा है 11 जून ਨੂੰ 11 जून जी हाँ बर्थडे फिर जो है 11 जून ਨੂੰ ਅੱਜ 7 ਤਰੀਕ 8 ਤਰੀਕ ਜੋ ਹੈ ਕੱਲ ਸਵੇਰੇ ਹੋਏਗੀ, ਕੱਲ ਸਵੇਰੇ 8 ਤਰੀਕ 3 ਦਿਨਾਂ ਬਾਅਦ ਜੋ ਹੈ ਉਹ ਸਿੱਧੂ ਦਾ ਬਰਥਡੇ ਵੀ ਹੈ। बड़े सोच समझ के कोठी ਨੂੰ ਇਸ ਹਵੇਲੀ ਨੂੰ ਪੂਰਾ ਸਜਾਇਆ ਜਾਣਾ ਸੀਗਾ। ਵਿਆਹ ਅਗਲੇ ਮਹੀਨੇ ਆਉਣ ਵਾਲਾ ਹੈ, ਪੂਰਾ ਸਜਾਇਆ ਜਾਣਾ ਸੀਗਾ। ਜਿਸ ਵੇਲੇ ਐਡਾ ਵੱਡਾ ਦਰਵਾਜ਼ਾ ਜੋ ਹੈ ਆਮ ਤੌਰ ਤੇ ਅਮੂਮਨ ਤੌਰ ਤੇ ਲੋਕਾਂ ਦੇ ਘਰਾਂ ਦੇ ਅੰਦਰ ਦੇਖਣ ਨੂੰ ਨਹੀਂ ਮਿਲਦਾ, ਲੇਕਿਨ ਜਿਸ ਵੇਲੇ ਇਹ ਦਰਵਾਜ਼ਾ ਲੱਗਿਆ ਹੋਣਾ ਉਸ ਵੇਲੇ ਸਿੱਧੂ ਦੀ ਮਨ ਦੀ ਫੀਲਿੰਗਸ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਦਰਵਾਜ਼ਾ ਲਗਵਾ ਕਰਕੇ ਉਹਨੇ ਕਿਸ ਤਰ੍ਹਾਂ ਦੀ ਫੀਲਿੰਗ ਲਿੱਤੀ ਹੋਣੀ ਹੈ ਜਦੋਂ ਪਹਿਲੀ ਵਾਰ ਦਰਵਾਜ਼ਾ ਖੁੱਲਿਆ ਹੋਏਗਾ, ਜਦੋਂ ਆਪਣੇ ਸਾਰੇ ਤੋਂ ਪਿਆਰੇ ਦੋਸਤ ਆਪਣੇ ਯਾਰ ਆਪਣੇ ਜੋ ਉਹ ਆਪਣੇ ਫਾਦਰ ਸਾਹਿਬ ਦੇ ਨਾਲ ਬਲਕੌਰ ਸਿੰਘ ਨਾਲ ਜਦੋਂ ਅੰਦਰ ਐਂਟਰ ਹੋਇਆ ਹੋਏਗਾ ਤੇ ਉਸ ਵੇਲੇ ਦੀ ਉਹਦੀ ਫੀਲਿੰਗ क्या रही होएगी और क्या क्या सपने जो है वो देखे गए होंगे, लेकिन सपने सारे अधूरे रह गए, पूरे नहीं हो पाए और चंद गैंगस्टर जो है उस वारदात ਨੂੰ ਅੰਜਾਮ ਦੇ ਗਏ ਜਿਸ ਬਾਰੇ ਕਦੀ ਸੋਚਿਆ ਨਹੀਂ ਗਿਆ ਸੀਗਾ, ਜਿਸ ਬਾਰੇ ਕਦੀ ਸੋਚਿਆ ਜਾ ਨਹੀਂ ਸਕਦਾ ਸੀਗਾ। ਔਰ ਅੱਜ ਜਿਹੜੀ ਪੂਰੀ ਦੁਨੀਆ ਉਸ ਚੀਜ਼ ਨੂੰ ਕਾਇਰਾਨਾ ਹਰਕਤ ਦੱਸ ਰਹੀ ਹੈ, ਮੰਗ ਕਰ ਰਹੀ ਹੈ ਕਿ ਇਨਸਾਫ ਹੋਣਾ ਚਾਹੀਦਾ। ਗੱਲਾਂ ਇਨਸਾਫ ਤੱਕ ਜ਼ਰੂਰ ਰਹਿ ਜਾਣਗੀਆਂ, ਲੇਕਿਨ ਦੀਵਾ ਜੋ ਹੈ ਉਹ ਇਸ ਘਰ ਦਾ ਬੁੱਝ ਚੁੱਕਿਆ। ਦੀਵਾ ਸਿਰਫ ਇਸ ਘਰ ਦਾ ਨਹੀਂ ਬੁਝਾ ਬਲਕਿ ਪੰਜਾਬ ਸੂਬੇ ਦਾ, ਜਿਸ ਬੰਦੇ ਨੇ ਇੱਕ ਆਪਣੀ ਕਾਬਲੀਅਤ ਦੇ ਬੁੱਤੇ, ਆਪਣੀ ਆਵਾਜ਼ ਦੇ ਬੁੱਤੇ, ਆਪਣੀ ਲੇਖਣੀ ਦੇ ਬੁੱਤੇ ਪੰਜਾਬ ਸੂਬੇ ਦਾ ਨਾਮ ਇੰਟਰਨੈਸ਼ਨਲ ਲੈਵਲ ਤੇ ਚਮਕਾਇਆ। ਪੂਰਾ ਲੋਕੀ ਇੱਕ ਲੋਕ ਭਲੇ ਉਹਦੀ ਆਵਾਜ਼ ਸਿਰਫ ਉਹਦੀ ਆਵਾਜ਼ ਭਲੇ ਉਹਦੀ ਨਾਈਜੀਰੀਅਨ ਦੀ ਗੱਲ ਕਰੀਏ, ਉਹਦੀ ਜੋ ਲਿਖਣੀ ਸੀ ਹਿੰਦੀ ਜਾਂ ਪੰਜਾਬੀ ਦੇ ਅੰਦਰ ਜੋ ਲਿਖਦਾ ਸੀ ਤਾਂ ਉਹਨੂੰ ਨਾਈਜੀਰੀਅਨ ਨੂੰ ਕੋਈ ਸਮਝ ਨਹੀਂ ਆ ਰਿਹਾ ਸੀ, ਲੇਕਿਨ ਫਿਰ ਵੀ ਉਹ ਬੰਦਾ ਉੱਥੇ ਖੜ ਕੇ ਕੰਸਰਟ ਦੇ ਅੰਦਰ ਖੜ ਕੇ ਜੋ ਹੈ ਔਰ ਰੋ ਰਿਹਾ। ਤਾਂ ਕਿਤੇ ਨਾ ਕਿਤੇ ਇਹ ਕਮਾਈ ਜੋ ਹੈ ਉਹ ਸਿੱਧੂ ਮੂਸੇਵਾਲਾ ਦੀ ਕਮਾਈ ਸੀ, ਇਹ ਉਹਦੇ ਪਿਓ ਦੀ ਕਮਾਈ ਸੀ, ਜਿਹੜਾ ਉਹਦੇ ਫਾਦਰ ਸਾਹਿਬ ਦੀ ਕਮਾਈ, ਜੋ ਸੰਸਕਾਰ ਜੋ ਦਿੱਤੇ ਗਏ ਸੀ ਉਸੇ ਦੀ ਬਦੌਲਤ ਜੋ ਹੈ ਉਸੇ ਦੀ ਬਦੌਲਤ ਸਾਰਾ ਕੁਝ ਜੋ ਹੈ ਅੱਜ ਇਸ ਮੌਕੇ ਤੇ ਇਸ ਲੈਵਲ ਤੇ ਪਹੁੰਚਿਆ ਹੋਇਆ ਕਿ ਦੁਨੀਆ ਇਹਤਰਾਮ ਕਰ ਰਹੀ ਹੈ, ਦੁਨੀਆ ਉਹਨੂੰ ਯਾਦ ਕਰ ਰਹੀ ਹੈ, ਦੁਨੀਆ ਪਿਆਰ ਕਰ ਰਹੀ ਹੈ। ਰਾਤੀ 11:30 ਵਜੇ ਦਾ ਟਾਈਮ ਵੀ ਜੋ ਦੁਨੀਆ ਘਰੋਂ ਨਿਕਲ ਕਰਕੇ ਕਿ ਨੀਂਦ ਨਹੀਂ ਆ ਰਹੀ ਹੈ, ਸਾਡਾ ਭਰਾ ਸਾਡਾ ਵੀਰ ਸਾਨੂੰ ਯਾਦ ਕਰ ਰਿਹਾ ਸੀ, ਅਸੀਂ ਨੀਂਦ ਸੋਨੇ ਅੱਖਾਂ ਬੰਦ ਕਰਦੇ ਹਾਂ ਤਾਂ ਸਾਡਾ ਸਿੱਧੂ ਮੂਸੇਵਾਲਾ ਜੋ ਸਾਡਾ ਵੀਰ ਹੈ ਉਹ ਸਾਨੂੰ ਯਾਦ ਕਰਦਾ ਤਾਂ ਅੱਖਾਂ ਦੇ ਸਾਹਮਣੇ ਆਉਂਦਾ। ਅਸੀਂ ਘਰੋਂ ਉੱਠ ਕੇ ਤੁਰ ਪਏ ਤੇ ਰਾਤੀ ਬੰਦ ਕੋਠੀ ਦੇ ਬਾਹਰ ਵੀ ਆ ਕਰਕੇ ਸਿਰਫ ਆਪਣੇ ਵੀਰ ਨੂੰ ਸ਼ਰਧਾਂਜਲੀ ਦੇ ਰਹੇ। ਕੈਮਰਾਮੈਨ ਬਿਨੇ ਦੇ ਨਾਲ ਸੁਨੀਲ ਸਰਦਾਨਾ, ਮਾਨਸਾ।